कृपा करो दीन की दाती। मेरा गुण अवगण ना विचारो कोई। माटी का क्या धूप स्वामी, मानस की गति। बहुत जन्म बिसरी थी माधो, यह जन्म तुम्हारी लिखी। कह रविदास आस लग जीवा, चिर पयो दर्शन दिखी। इकी उत्तम पंथ सुनियो गुर संगता। तिहि मिलंत जम त्रास मिटाई। इकी अरदास पाट की रत की, गुर रामदास राखो शरनाई। इक अरदास पाठ की रत की, गुर रामदास राखो शरनाई। पतत पावन भगत वचल, किरपा निदान, जगत की कलौती आस, रूहानियत ज्ञान दे सागर, शब्द गुरु साहिब श्री गुरु ग्रंथ साहिब जी की पावन पवित्र हजूरी के अंदर सुभाईमान गुरु सवारी सत्कारी साध संगत जी, आप वडभागी हो जो हफ्तावारी विशेष समागम जां नीम दे नाल प्रेम दे नाल निता प्रति गुरु चरना अंदर अमृत वेले तो लैके संध्या वेले तक समय समय हाजरियां भर के गुरु साहब जी की बख्शिश की तुरकी बाणी अलाही बाणी दे जाप, निर्मोलक कीर्तन अते गुरमत विचार कथा विचार दे राही अपने उस मूल अकाल पुरख वाहिगुरु नूं, गुरु जी की अगवाई, गुरु जी की बनाई हुई मर्यादा दे विच अपना जीवन शामिल करके उस अलाही तुरकी बाणी दे हर जा सरवण करते हो। ते गुरु साहब जी साडे उपर रोज जो रहमत बख्शिश करते ने, इस तरह ही अज भी उस रहमत दे बख्शिश दे पात्र बनदिया होया आप जी गुरु चरना अंदर हाजरियां लगवा के गुरु साहब जी का द्वारा बख्शिया होया नाज़िल होया ज्ञान कथा कीर्तन के रूप के अंदर सरवण कर रहे हो। सो जिथे आप जिया ने निर्मोलक कीर्तन दे नाल कीर्तन निर्मोलक हीरा आनंद गुणी गहीरा दे आनंद नूं प्राप्त कीता है, उत्थे कुछ समा सब ते उत्तम हर की कथा जां गुरु साहब जी दे बचन ने सुन हर कथा उतारी मैल, वो आत्मा दे उपर परमात्मा दे पए हुए विछोड़े कारण पई हुई जन्मां जन्मांतरां दी वकारां दी मैल उतारन दे लई गुरमत विचारां दी हाजरी लगवा के निर्मल होण दा उजला जीवन बनाउण दा यतन कर रहे हो। सो गुरमत विचारां दे नाल जुड़न तो पहला साहिबे कमाल सरबंस दानी अमृत के दाते साहिब श्री गुरु गोबिंद सिंह जी महाराज जी की बख्शिश की चढ़ती कला का प्रतीक गुरफतेह की सांझ करिए जी। वाहिगुरु जी का खालसा वाहिगुरु जी की फतेह। आप धनता दे योग हो
ਜੋ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕੇ ਗੁਰੂ ਘਰ ਦੇ ਮਹਾਨ ਕੀਰਤਨੀਆਂ ਦੇ ਕੋਲੋਂ ਗੁਰੂ ਸਾਹਿਬ ਜੀ ਦੀ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੇ ਕੀਰਤਨ ਸਰਵਣ ਕਰਦਿਆਂ ਜੋ ਰਾਗੀ ਸਾਹਿਬਾਨਾਂ ਨੇ ਆਪ ਜੀ ਨੂੰ ਆਖਰੀ ਸ਼ਬਦ ਸਰਵਣ ਕਰਵਾਇਆ, ਜਿਸ ਦੇ ਬੋਲ ਜਿਹੜੇ ਨੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਆਂਦੇ ਨੇ। ਸੋਰਠ ਰਾਗ ਦੀ ਵਾਰ ਦੇ ਆਖਰੀ ਪੌੜੀ ਦਾ ਉਹ ਸ਼ਲੋਕ ਹੈ, ਮਹੱਲਾ ਤੀਜਾ। ਤੇ ਇਸ ਦੇ ਅੰਦਰ ਮਾਲਕ ਜੀ ਕੀ ਉਪਦੇਸ਼ ਕਰ ਰਹੇ ਨੇ, ਕੋਸ਼ਿਸ਼ ਕਰੀਏ ਗੁਰੂ ਸਾਹਿਬ ਜੀ ਕਿਰਪਾ ਕਰਨ ਕਿ ਇਹਨਾਂ ਹੀ ਪੰਕਤੀਆਂ ਨੂੰ ਆਧਾਰ ਬਣਾ ਕੇ ਅੱਜ ਦੀ ਵਿਚਾਰ ਜੋ ਹੈ ਕਥਾ ਵਿਚਾਰ ਉਹਦੀ ਸਾਂਝ ਪਾਈ ਜਾਵੇ। ਕਿਉਂਕਿ ਸਾਡਾ ਮੂਲ ਇਹ ਹੈ, ਜੋ ਗੁਰੂ ਸਾਹਿਬ ਜੀ ਨੇ ਉਸ ਪਾਵਨ ਸ਼ਬਦ ਦੇ ਅੰਦਰ ਸਮਝਾਇਆ ਨਾ ਕਿ ਪਰਮਾਤਮਾ ਹੀ ਸਮਰੱਥਾਵਾਨ ਹੈ, ਉਸ ਮਾਲਕ ਨੇ ਹੀ ਸੰਸਾਰ ਨੂੰ ਪੈਦਾ ਕੀਤਾ, ਉਹੀ ਇਸ ਸੰਸਾਰ ਵਿੱਚ ਸਾਨੂੰ ਕਾਰ ਦੇ ਵਿੱਚ ਲਾਉਂਦਾ ਹੈ। ਜੋ ਵੀ ਕਰਮ ਅਸੀਂ ਉਸ ਦੇ ਹੁਕਮ ਅਨੁਸਾਰ ਕਰਦੇ ਹਾਂ, ਉਹਦੇ ਅਨੁਸਾਰ ਫਿਰ ਸਾਡੇ ਉੱਪਰ ਬਖਸ਼ਿਸ਼ ਕਰਦੇ ਜੀ, ਰਹਿਮਤ ਕਰਦਾ। ਤੇ ਜਦੋਂ ਰਹਿਮਤ ਬਖਸ਼ਿਸ਼ ਹੋ ਜਾਂਦੀ ਹੈ ਤੇ ਫਿਰ ਸਿਮਰਨ ਦੀ ਬੰਦਗੀ ਦੀ ਜੋ ਦਾਤ ਵਾਹਿਗੁਰੂ ਜੀ ਬਖਸ਼ਦੇ ਨੇ, ਉਹ ਫਿਰ ਨਿਜ ਘਰ ਦੇ ਵਿੱਚ ਟਿਕ ਕੇ, ਭਾਵ ਕਿ ਜਦੋਂ ਜਿਹੜਾ ਅਭਿਆਸੀ ਹੋ ਜਾਂਦਾ ਹੈ ਸਿਮਰਨ ਦਾ, ਬੰਦਗੀ ਦਾ, ਉਹ ਕਦੀ ਡੋਲਾ ਨਹੀਂ ਹੈ, ਉਹ ਕਦੀ ਡਗਮਗਾਉਂਦਾ ਨਹੀਂ ਹੈ, ਉਹ ਦਚਿੱਤੇਪਨ ਦੇ ਵਿੱਚ ਨਹੀਂ ਰਹਿੰਦਾ, ਉਹ ਦੁਬਦਾ ਦੇ ਵਿੱਚ ਨਹੀਂ ਰਹਿੰਦਾ। ਉਹ ਕੇਵਲ ਠੋਕ ਵਜਾ ਕੇ ਇਹ ਗੱਲ ਕਹਿੰਦਾ ਹੈ ਕਿ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਇੱਥੇ ਵੀ ਪਰਮਾਤਮਾ ਦੀ ਵਡਿਆਈ ਕਰਦੇ ਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਮਝਾਇਆ ਕਿ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਨਾਨਕ ਤਿਨ ਕਰ ਵਾਸ ਹੈ। ਜਿਨ੍ਹਾਂ ਕਿੰਨਾ ਦੇ ਨਾਨਕ ਨਾਮ ਧਿਆਨ ਤਿਨ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ। ਕਿ ਜਿਹੜੇ ਕਹਿੰਦੇ ਕਿ ਪਰਮਾਤਮਾ ਦਾ ਨਾਮ ਤੇ ਆਉਂਦੇ ਨੇ, ਉਹਨਾਂ ਦਾ ਫਿਰ ਅੰਤਰਾਤਮੇ ਟਿਕ ਜਾਂਦਾ ਹੈ, ਤਿੰਨ ਨਿਜ ਘਰ ਵਾਸ ਹੈ। ਭਾਵ ਕਿ ਉਹ ਆਤਮਾ ਉਹਨਾਂ ਦੀ ਸਿਮਰਨ ਦੇ ਨਾਲ, ਇੰਨੀ ਬੰਦਗੀ ਦੇ ਨਾਲ, ਨਾਮ ਦੇ ਨਾਲ ਇੰਨੀ ਬਲਵਾਨ ਹੋ ਜਾਂਦੀ ਹੈ ਤੇ ਉਹ ਫਿਰ ਇਸ ਸੰਸਾਰ ਦੇ ਵਿੱਚ ਡੋਲਦੇ ਨੇ, ਤਿੰਨ ਨਿਜ ਘਰ ਵਾਸ ਹੈ। ਤੇ ਜਦੋਂ ਆਪਣੇ ਟਿਕਾਣੇ ਤੇ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਦਾਤ ਨੂੰ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਨੇ ਤੇ ਫਿਰ ਉਹਨਾਂ ਦੀ ਜੁਗ ਜੁਗ ਸੋਭਾ ਹੁੰਦੀ ਹੈ, ਜੁਗ ਜੁਗ ਸੋਭਾ ਹੋਏ। ਕਿਉਂਕਿ ਉਹ ਸੱਚੇ ਮਾਰਗ ਦੇ ਉੱਪਰ ਚੱਲਦੇ ਨੇ ਤੇ ਸੱਚਾ ਮਾਰਗ ਜੀ ਸੱਚ ਨੂੰ ਅਪਣਾਉਣ ਵਾਲਾ, ਸੱਚ ਨੂੰ ਪਰਨਾਉਣ ਵਾਲਾ। ਤੇ ਗੁਰਦੇਵ ਜੀ ਕਹਿੰਦੇ ਨੇ ਕਿ ਸੱਚ ਜਿਹੜਾ ਉਹ ਕੇਵਲ ਤੇ ਕੇਵਲ ਪਰਮਾਤਮਾ। ਆਪ ਜੀ ਮੂਲ ਮੰਤਰ ਚ ਪੜ੍ਹਦੇ ਨਾ ਕਿ ਇੱਕ ਓੰਕਾਰ, ਫਿਰ ਅੱਗੇ ਕੀ ਪੜ੍ਹਦੇ ਜੀ, ਸਤਨਾਮ। ਭਾਵ ਕਿ ਸਤ ਦਾ ਭਾਵ ਹੈ ਸੱਚ, ਕਿ ਅਕਾਲ ਪੁਰਖ ਇੱਕ ਓੰਕਾਰ ਜੋ ਕੇਵਲ ਇੱਕ ਹੈ, ਜੋ ਸਭਨਾ ਜੀਆਂ ਕਾ ਇੱਕ ਦਾਤਾ। ਭਾਵੇਂ ਸੰਸਾਰ ਉਹਨੂੰ ਵੱਖ-ਵੱਖ ਜੂਨਾਂ ਦੇ ਵਿੱਚ ਮੰਨੀ ਜਾਵੇ, ਲੇਕਿਨ ਪਰਮਾਤਮਾ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕੇਵਲ ਇੱਕ ਹੈ। ਉਹੀ ਇਸ ਸੰਸਾਰ ਦੀ ਪਾਲਣਾ ਕਰਦਾ ਹੈ, ਸੰਸਾਰ ਨੂੰ ਪੈਦਾ ਕਰਦਾ ਹੈ, ਫਿਰ ਉਹਨੂੰ ਪਾਲਦਾ ਹੈ ਤੇ ਉਹਨੂੰ ਸੰਘਾਰਦਾ ਹੈ, ਭਾਵ ਉਹਦਾ ਖਾਤਮਾ ਕਰਦਾ ਹੈ। ਇਹ ਕੋਈ ਦੂਜਾ ਨਹੀਂ। ਤੇ ਗੁਰਦੇਵ ਜੀ ਕਹਿੰਦੇ ਉਹ ਸਾਡਾ ਮੂਲ ਹੈ ਤੇ ਉਹਦੇ ਨਾਲ ਜੁੜਨਾ ਸਾਡਾ ਫਰਜ਼ ਹੈ। ਉਹੀ ਸਾਡਾ ਮਾਤਾ ਹੈ, ਉਹੀ ਸਾਡਾ ਪਿਤਾ ਹੈ। ਗੁਰਦੇਵ ਜੀਆਂ ਦੇ ਅਸੀਂ ਜੋ ਸ਼ਬਦ ਪੜ੍ਹਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੇ ਉਹ ਮਾਲਕ ਜੋ ਹੈ, ਉਹਦਾ ਨਾਮ ਜੋ ਹੈ ਨਾ ਜੀ, ਉਹ ਸਾਨੂੰ ਗੁਰਬਾਣੀ ਵਿੱਚ ਦੱਸਿਆ ਕਿ ਉਹ ਸਾਡੇ ਦੁਨਿਆਵੀ ਜਿਹੜੇ ਰਿਸ਼ਤੇ, ਜਿਹੜੇ ਮਨੁੱਖ ਦੇ ਬਿਲਕੁਲ ਨੇੜੇ ਦੇ ਨੇ, ਮਾਤਾ ਪਿਤਾ, ਭੈਣ ਭਰਾ, ਸੱਜਣ, ਪਤੀ ਪਤਨੀ, ਇਹ ਸਾਰੇ। ਤੇ ਗੁਰਦੇਵ ਜੀ ਕਹਿੰਦੇ ਇਹ ਸਭਨਾ ਦਾ ਜਿਹੜੇ ਰੂਪ ਭੂਮਿਕਾ ਨਿਭਾਉਣ ਵਾਲਾ ਉਹ ਪਰਮਾਤਮਾ ਹੈ। ਕਿਉਂਕਿ ਦੁਨਿਆਵੀ ਮਾਤਾ ਪਿਤਾ, ਭੈਣ ਭਰਾ, ਸੱਜਣ ਮਿੱਤਰ, ਉਹ ਜਦੋਂ ਸਾਡੀ ਸਹਾਇਤਾ ਕਰਨਗੇ, ਸਾਡੇ ਸੁੱਖ ਨੂੰ ਸਮਝਣਗੇ ਤੇ ਮੁਆਫ ਕਰਨਾ ਸਾਰਿਆਂ ਦੀ ਇੱਕ ਸੀਮਾ ਹੁੰਦੀ ਹੈ। ਮਾਤਾ ਪਿਤਾ ਵੀ ਆਪਣੇ ਬੱਚੇ ਦੇ ਵਾਸਤੇ ਉਹਨੇ ਕੀ ਪਰਉਪਕਾਰ ਕਰ ਸਕਦੇ ਨੇ ਜਿਹਦੇ ਨਾਲ ਉਹਨਾਂ ਦਾ ਜੀਵਨ ਵੀ ਜਿਉਂਦਾ ਰਹੇ। ਬਹੁਤ ਘੱਟ
ਹੋਣਗੇ ਜਿਹੜੇ ਇਹ ਕਹਿਣਗੇ ਕਿ ਸਾਡੀ ਜੀਵਨ ਦੀ ਬਾਜੀ ਖਤਮ ਹੋ ਜਾਵੇ ਤੇ ਸਾਡੀ ਔਲਾਦ ਜਿੰਦਾ ਰਹਿ ਜਾਵੇ, ਜਾਂ ਉਹ ਬੱਚੇ ਜਿਹੜੇ ਕਹਿਣਗੇ ਅਸੀਂ ਖਤਮ ਹੋ ਜਾਈਏ, ਸਾਡਾ ਮਾਤਾ ਪਿਤਾ। ਕਹਿਣ ਨਾਲ ਬਹੁਤ ਕੁਝ, ਮੈਂ ਸਾਰਿਆਂ ਦੀ ਗੱਲ ਨਹੀਂ ਕਹਿੰਦਾ, ਬੜੇ ਹੈ ਨੇ ਜਿਹੜੇ ਜੀਵਨ ਨਿਸ਼ਾਵਰ ਕਰਨ ਵਾਲੇ ਨੇ, ਪਰ ਬਹੁਤਾਤ ਜਿਹੜੀ ਹੈ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਯਾਦ ਆ ਜਾਂਦੇ, ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਕੱਲ ਵੀ ਬੰਗਲਾ ਸਾਹਿਬ ਜੀ ਤੋਂ ਇਹ ਜਦੋਂ ਵਿਚਾਰ ਆਰੰਭ ਕੀਤੀ ਸੀ ਨਾ, ਇਹੀ ਪ੍ਰਕਰਨ ਚੱਲਿਆ ਸੀ ਕਿ ਸੰਸਾਰ ਦੇ ਵਿੱਚ ਸੰਸਾਰ ਦੀ ਮਿੱਤਰਤਾ ਤੇ ਕਰਤਾਰ ਦੀ ਮਿੱਤਰਤਾ, ਸੰਸਾਰ ਦੀ ਮਿੱਤਰਤਾ ਦੇ ਵਿੱਚ ਜਦੋਂ ਵਿਚਰਦੇ ਆ ਨਾ ਜੀ, ਉਦੋਂ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਕਟਾਸ ਆ ਜਾਂਦੀ ਹੈ। ਕਿਉਂਕਿ ਭਾਵੇਂ ਮਾਤਾ ਪਿਤਾ ਬੜੀ ਮਿਹਨਤ ਦੇ ਨਾਲ ਬੱਚੇ ਨੂੰ ਪਾਲਣ, ਪਰ ਮੁਆਫ ਕਰਨਾ ਸਾਰੀਆਂ ਜੀਵਨ ਦੀਆਂ ਜਦੋਂ ਖਾਹਿਸ਼ਾਂ ਪੂਰੀਆਂ ਨਾ ਹੋਣ ਤਾਂ ਉਸ ਵੇਲੇ ਕਈ ਵਾਰ ਮਾਤਾ ਪਿਤਾ ਤੋਂ ਨਿਰਾਸ਼ ਹੋ ਕੇ ਬੱਚਿਆਂ ਦੀ ਦੂਰੀ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ ਮਾਤਾ ਪਿਤਾ ਬੱਚੇ ਤੋਂ ਉਮੀਦਾਂ ਲਾਉਣ, ਬੱਚਾ ਉਹ ਖਾਹਿਸ਼ਾਂ ਨੂੰ ਪੂਰੀਆਂ ਕਰ ਸਕੇ, ਉਸ ਵੇਲੇ ਮਾਤਾ ਪਿਤਾ ਤੋਂ ਜਾਂ ਭਰਾ ਦੀ ਖੁਆਇਸ਼ ਪੂਰੀ ਨਾ ਕਰ ਸਕੇ। ਇਸ ਤਰ੍ਹਾਂ ਦੁਨੀਆ ਦੇ ਰਿਸ਼ਤਿਆਂ ਦੇ ਵਿੱਚ ਕਟਾਸ ਆ ਜਾਂਦੀ ਹੈ, ਕਿਉਂਕਿ ਉਹਨਾਂ ਦੀ ਇੱਕ ਸੀਮਾ ਹੈ। ਲੇਕਿਨ ਪਰਮਾਤਮਾ ਅਸੀਮ ਹੈ। ਪਰਮਾਤਮਾ ਜਿਹੜਾ ਉਹਦੀ ਕੋਈ ਸੀਮਾ ਨਹੀਂ, ਕਿਉਂਕਿ ਉਹਦਾ ਪਾਰਾਵਾਰ ਨਹੀਂ, ਉਹਦੀ ਹਸਤੀ ਕਿੱਡੀ ਹੈ ਇਹ ਤੇ ਬਿਆਨ ਕਰਨ ਦੀ ਬੜੀ ਦੂਰ ਦੀ ਗੱਲ ਹੈ। ਉਸ ਮਾਲਕ ਦੇ ਇੱਕ ਇੱਕ ਗੁਣ ਦਾ ਵੀ ਅਸੀਂ ਮੁੱਲ ਨਹੀਂ ਪਾ ਸਕਦੇ, ਉਹਦੀ ਗਹਿਰਾਈ ਦੇ ਵਿੱਚ ਨਹੀਂ ਜਾ ਸਕਦੇ। ਜਦੋਂ ਆਪਾਂ ਰਹਿਰਾਸ ਸਾਹਿਬ ਜੀ ਦੇ ਬਚਨ ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ, ਜਿਹੜਾ ਵੀ ਉਹ ਪਰਮਾਤਮਾ ਦੇ ਗੁਣ ਕਿਤੇ ਉਹਦੀ ਸੀਮਾ ਨੂੰ ਵੇਖਣ ਲੱਗੇ ਨਾ ਜੀ, ਤੇ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਇਸੇ ਕਰਕੇ ਗੁਰੂ ਸਾਹਿਬਾਨ ਨੇ ਸਮਝਾਇਆ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਤੇ ਗੁਰਦੇਵ ਜੀ ਸਮਝਾਉਂਦੇ ਨੇ, ਉਸ ਜਿਵੇਂ ਬੱਚੇ ਤੂੰ ਆਪਣੇ ਮਾਤਾ ਪਿਤਾ ਨੂੰ ਉਹਨਾਂ ਦਾ ਬੱਚਾ ਬਣ ਕੇ ਉਹਨਾਂ ਨੂੰ ਯਾਦ ਕਰਦਾ, ਉਹਨਾਂ ਨਾਲ ਪਿਆਰ ਕਰਦਾ ਹੈ, ਪਰਮਾਤਮਾ ਨੂੰ ਵੀ ਮਾਤਾ ਪਿਤਾ ਸਮਝ ਕੇ ਕਿਤੇ ਐਵੇਂ ਪਿਆਰ ਕਰ, ਤੇ ਪਰਮਾਤਮਾ ਤੈਨੂੰ ਨਿਰਾਸ਼ ਨਹੀਂ ਹੋਣ ਦੇਣਗੇ। ਦੂਜੀ ਉਹਨਾਂ ਗੱਲ ਕਹੀ ਹੈ ਕਿ ਉਹ ਮਾਤਾ ਪਿਤਾ ਦੇ ਰੂਪ ਵਿੱਚ ਹੀ ਨਹੀਂ, ਉਹ ਸਾਡੇ ਭਰਾਵਾਂ ਦੇ ਰੂਪ ਵਿੱਚ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਪਰਮਾਤਮਾ ਭਰਾ ਦੇ ਰੂਪ ਵਿੱਚ ਵੀ ਸਾਥ ਨਿਭਾਉਂਦਾ ਹੈ। ਤੇ ਕਿਤੇ ਆਪਾਂ ਵੇਖੀਏ ਮਿੱਤਰਤਾ ਦੇ ਨਾਂ ਤੇ, ਭਾਵ ਕਿ ਇੱਥੇ ਵੀ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਸਭਨਾ ਕਾ ਮਾਂ ਪਿਓ ਆਪ ਹੈ। ਭਾਵੇਂ ਕਿ ਦੁਨਿਆਵੀ ਤੌਰ ਤੇ ਸਾਡੇ ਸਾਰਿਆਂ ਦੇ ਮਾਤਾ ਪਿਤਾ ਜਿਹੜੇ ਨੇ ਉਹ ਅਲੱਗ-ਅਲੱਗ ਨੇ, ਲੇਕਿਨ ਅਧਿਆਤਮਿਕ ਤੌਰ ਤੇ ਸਾਡਾ ਸਾਰਿਆਂ ਦਾ ਪਿਤਾ ਕੌਣ ਹੈ ਜੀ? ਅਕਾਲ ਪੁਰਖ ਵਾਹਿਗੁਰੂ। ਤੇ ਉਹ ਸਾਡਾ ਮੂਲ ਹੈ, ਤੇ ਉਸ ਮੂਲ ਦੇ ਨਾਲ ਜੁੜਨਾ ਸਾਡਾ ਫਰਜ਼ ਬਣਦਾ ਹੈ। ਤੇ ਗੁਰਦੇਵ ਜੀ ਤਾਂ ਹੀ ਕਹਿੰਦੇ ਕਿ ਜੋ ਵੀ ਉਸ ਦਾ ਨਾਮ ਧਿਆਉਂਦਾ ਹੈ ਤੇ ਉਹ ਇਸ ਸੰਸਾਰ ਵਿੱਚ ਨਿਜ ਘਰ ਵਿੱਚ ਟਿਕਾਣੇ ਤੇ, ਭਾਵ ਕਿ ਅੰਦਰ ਉਹਦਾ ਇੰਨਾ ਬਲਵਾਨ ਹੋ ਜਾਂਦਾ ਕਿ ਦੁਨੀਆ ਦੇ ਵਕਾਰ, ਦੁਨੀਆ ਦੇ ਰਸ, ਦੁਨੀਆ ਦੇ ਡਰਾਵੇ, ਦੁਨੀਆ ਦੇ ਲਾਲਚ ਉਹਨੂੰ ਡਰਾ ਨਹੀਂ ਸਕਦੇ। ਤੇ ਇਸ ਤਰ੍ਹਾਂ ਦਾ ਇਤਿਹਾਸ ਜਿਹੜਾ ਨਾ ਜੀ ਉਹ ਭਰਿਆ ਪਿਆ ਹੈ। ਗੁਰਬਾਣੀ ਵਿੱਚ ਵੀ ਅਨੇਕਾਂ ਪ੍ਰਮਾਣ ਸਾਨੂੰ ਮਿਲਦੇ, ਇਤਿਹਾਸ ਵਿੱਚੋਂ ਵੀ ਮਿਲਦੇ ਨੇ। ਜੋ ਇੱਕ ਦਾ ਹੋ ਜਾਵੇ, ਪਰਮਾਤਮਾ ਦਾ ਹੋ ਜਾਵੇ, ਉਹਨੂੰ ਫਿਰ ਦੁਨੀਆ ਵਿੱਚ ਕੋਈ ਵੀ ਤੋੜ ਨਹੀਂ ਸਕਦਾ ਉਸ ਮਾਲਕ ਦੇ ਨਾਲ। ਤੇ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਉਸ ਮਾਲਕ ਵਾਹਿਗੁਰੂ ਨੂੰ, ਜਿਹੜਾ ਸਾਡਾ ਮਾਂ ਪਿਓ ਬਣ ਕੇ, ਭਰਾ ਬਣ ਕੇ, ਸੱਜਣ ਬਣ ਕੇ, ਦੋਸਤ ਬਣ ਕੇ, ਸੰਸਾਰ ਦੇ ਵਿੱਚ ਸਾਡਾ ਪਤੀ ਬਣ ਕੇ ਵੀ, ਕਿਉਂਕਿ ਸ਼ਬਦ ਜਿੱਥੇ ਮਾਤਾ ਪਿਤਾ ਦੇ ਰੂਪ ਵਿੱਚ ਪਰਮਾਤਮਾ ਦੀ ਗੱਲ ਕੀਤੀ ਹੈ, ਬੜੇ ਬੜੇ ਨਾਵਾਂ ਦੇ ਨਾਲ ਤਸ਼ਬੀਹ ਦੇ ਕੇ ਸਮਝਾਇਆ ਜੀ। ਆਪਾਂ ਜਦੋਂ ਹੁਕਮਨਾਮੀ ਦੇ ਰੂਪ ਵਿੱਚ ਪੜ੍ਹਦੇ ਹਾਂ ਜੀ, ਉੱਥੇ ਵੀ ਸਾਨੂੰ ਸਮਝਾਇਆ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਕਿ ਅਸੀਂ ਇੱਕ ਸਾਡਾ ਉਹ ਪਿਤਾ ਹੈ। ਤੇ ਦੂਜੇ ਪਾਸੇ ਸਾਨੂੰ ਇਹ ਵੀ ਕਹਿ ਕਿ ਉਹ ਮਾਲਕ ਦਾਤਾ ਵੀ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਹੁਣ ਕਿੰਨੇ ਲਕਬੇ ਜੀ, ਦਾਤਾ ਵੀ ਕਿਹਾ, ਨਾਇਕ ਦਾ ਭਾਵ ਹੈ ਹੀਰੋ ਸਾਡਾ ਆਗੂ ਵੀ ਕਿਹਾ, ਦਾਤਾ ਵੀ ਕਿਹਾ, ਖਸਮ ਪਤੀ ਵੀ ਕਿਹਾ। ਕਿੰਨੇ ਨਾਮ ਦਿੱਤੇ ਹੈ ਜੀ ਉਸ ਮਾਲਕ ਵਾਹਿਗੁਰੂ ਦੇ, ਭਾਵ ਕਿ ਜਿਸ ਐਂਗਲ ਤੋਂ ਵੀ ਦੇਖੀਏ ਪਰਮਾਤਮਾ ਸਾਡੀ ਸਹਾਇਤਾ ਕਰਦਾ ਹੈ।
ਜੇ ਦਾਤੇ ਦੇ ਰੂਪ ਵਿੱਚ ਵੇਖੀਏ ਤੇ ਗੁਰਦੇਵ ਜੀ ਕਹਿੰਦੇ ਇੰਨੀਆਂ ਦਾਤਾਂ ਦਿੰਦਾ ਏ ਉਹ ਪਰਮਾਤਮਾ ਕਿ ਯਾਦ ਰੱਖੋ ਅਸੀਂ ਕੀ ਸਾਡੇ ਸਾਹਮਣੇ ਵਾਲੀ ਦੁਨੀਆ ਤੇ ਕੀ ਜਿਹੜੀ ਸਾਡੇ ਤੋਂ ਪਹਿਲਾਂ ਹੋ ਗਏ, ਜਿਨ੍ਹਾਂ ਸਾਡੇ ਤੋਂ ਬਾਅਦ ਵਿੱਚ ਆਉਣਾ, ਸਾਰੇ ਉਹਦੀਆਂ ਦਾਤਾਂ ਨੂੰ ਮਾਣਦੇ ਨੇ ਤੇ ਉਹ ਕਦੇ ਵੀ ਥੱਕਦਾ ਨਹੀਂ, ਉਹਦੇ ਘਰ ਦੇ ਵਿੱਚ ਕਦੇ ਵੀ ਟੋਟ ਨਹੀਂ ਆਉਂਦੀ। ਕਿਉਂਕਿ ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੀ, ਜੁਗਾ ਜੁਗੰਤਰਾਂ ਤੋਂ ਚੱਲਦੀ ਆ ਰਹੀ। ਤੇ ਉਹ ਦਾਤੇ ਦਾ ਘਰ ਵੇਖੋ, ਉਹਦਾ ਲੰਗਰ ਕਿੱਡਾ, ਉਹ ਪਦਾਰਥ ਕਿੰਨੇ ਦੇਣ ਵਾਲੇ ਤੇ ਬਹੁਤਾ ਯਤਨ ਨਹੀਂ ਕਰਦਾ। ਅੱਜ ਆਪਾਂ ਦੇਖੀਏ ਵਿਸ਼ੇਸ਼ ਸਮਾਗਮ ਜੋ ਅਸੀਂ ਉਲੀਕਿਆ, ਤੇ ਹੋ ਸਕਦਾ ਇੱਥੇ ਗੁਰੂ ਘਰ ਦੇ ਵਿੱਚ ਪ੍ਰਬੰਧਕ ਜਨਾਂ ਵੱਲੋਂ ਲੰਗਰ ਵੀ ਤਿਆਰ ਕੀਤਾ ਗਿਆ ਹੋਵੇ। ਲੰਗਰ ਤਿਆਰ ਕਰਨ ਵਾਸਤੇ ਕਿੰਨਾ ਸਮਾਂ, ਕਿੰਨੇ ਦਿਨਾਂ ਤੋਂ ਇਹ ਪ੍ਰੋਗਰਾਮ ਦੀ ਤਿਆਰੀ ਕਰਦੇ ਪਏ। ਕਿੰਨੇ ਕੁ ਜੀਵਾਂ ਵਾਸਤੇ ਲੰਗਰ ਹੋਵੇਗਾ, ਸੈਂਕੜਿਆਂ ਦੀ ਗਿਣਤੀ ਵਿੱਚ ਹੋ ਸਕਦਾ ਹੈ। ਤੇ ਕਿੰਨਾ ਸਮਾਂ ਲੱਗਦਾ ਏ, ਕਿੰਨੇ ਉਹਦੇ ਵਿੱਚ ਸਰੀਰਾਂ ਦਾ ਹਿੱਸਾ ਪੈਂਦਾ, ਸੇਵਾ ਕਰਦੇ ਆ। ਪਰ ਮਾਲਕ ਦਾ ਭੰਡਾਰਾ ਦੇਖੋ, 1 ਘੰਟੇ 2 ਘੰਟੇ ਲਈ ਲੰਗਰ 4 ਘੰਟੇ ਲਈ ਚੱਲੇਗਾ। ਮਾਲਕ ਦਾ ਤੇ ਜੁਗਾ ਜਗੰਤਰਾਂ ਤੋਂ ਲੰਗਰ ਚੱਲਦਾ ਆ ਰਿਹਾ ਹੈ। ਤੇ ਐਡਾ ਵੱਡਾ ਪ੍ਰਬੰਧ ਕਿਵੇਂ ਉਹ ਕਰ ਰਹੇ ਨੇ, ਉਹ ਪਰਮਾਤਮਾ ਆਪ ਹੀ ਜਾਣਦੇ। ਉਹ ਤੇ ਸੰਸਾਰ ਵਿੱਚ ਜਿਹੜੇ ਜੀਵ ਸਾਨੂੰ ਇਹਨਾਂ ਅੱਖਾਂ ਦੇ ਨਾਲ ਨਹੀਂ ਨਾ ਦਿਖਦੇ, ਪਰਮਾਤਮਾ ਉਹਨਾਂ ਨੂੰ ਪੱਥਰਾਂ ਦੇ ਵਿੱਚ ਵੀ, ਜਿਹੜੇ ਹਵਾ ਦੇ ਵਿੱਚ ਉੱਡਦੇ ਪਏ ਨੇ, ਉਹਨਾਂ ਦਾ ਵੀ ਰਿਜ਼ਕ ਦਾ ਪ੍ਰਬੰਧ ਉਹ ਕਰਦੇ ਪਏ ਨੇ। ਪਾਣੀ ਦੇ ਵਿੱਚ ਜਿਹੜੇ ਜੀਵ ਨੇ ਉਹਨਾਂ ਨੂੰ ਰਿਜ਼ਕ ਦੇ ਰਹੇ ਨੇ। ਕਿੱਡਾ ਵੱਡੇ ਉਹ ਪਿਤਾ ਮਾਤਾ ਦੇ ਰੂਪ ਦੇ ਵਿੱਚ ਪਾਲਣਾ ਕਰਦੇ ਪਏ ਨੇ। ਤੇ ਗੁਰਦੇਵ ਜੀ ਕਹਿੰਦੇ ਸਾਡਾ ਮੂਲ ਹੈ, ਤੇ ਉਸ ਮੂਲ ਦੇ ਨਾਲ ਜੁੜਨਾ ਸਾਡਾ ਦੁਨੀਆ ਵਿੱਚ ਫਰਜ਼ ਹੈ। ਨਿਜ ਘਰਵਾਸ ਦੇ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਮਾਲਕ ਦੀ ਬੰਦਗੀ ਕਰਨੀ, ਕਿਉਂਕਿ ਮੂਲ ਦੇ ਨਾਲ ਜੁੜਿਆ ਹੀ ਸਾਡਾ ਜੀਵਨ ਹੈ। ਆਪਾਂ ਦੇਖੀਏ ਇਹ ਇਮਾਰਤ ਹੈ, ਇਹ ਨਿਊ ਦੇ ਨਾਲ ਜੁੜੀ ਹੈ। ਜੇ ਜਿੰਨੀ ਇਹਦੀ ਡੂੰਗੀ ਨਿਊ ਹੋਏਗੀ, ਨੀਂਹ ਹੋਏਗੀ, ਉਨੀ ਹੀ ਉੱਚੀ ਇਮਾਰਤ ਜਿਹੜੀ ਉਹ ਮਜ਼ਬੂਤ ਹੋ ਸਕਦੀ ਹੈ। ਜਿੰਨੇ ਦਰਖਤ ਦੀ ਜੜ ਜਿਹੜੀ ਜ਼ਮੀਨ ਦੇ ਵਿੱਚ ਹੋਵੇਗੀ, ਉਨਾ ਹੀ ਮਜ਼ਬੂਤ ਉਹ ਦਰਖਤ ਹੋ ਸਕਦਾ ਹੈ। ਤੇ ਜਿਸ ਇਮਾਰਤ ਨੂੰ ਉਹਦੀ ਨੀਂਹ ਦੇ ਨਾਲੋਂ ਅਲੱਗ ਕਰ ਦਈਏ, ਜਿਸ ਦਰਖਤ ਨੂੰ ਉਹਦੀ ਜੜ ਦੇ ਨਾਲੋਂ ਵੱਖ ਕਰ ਦਈਏ, ਉਸ ਦਰਖਤ ਦੀ, ਉਸ ਬਿਲਡਿੰਗ ਦੀ ਹੋਂਦ ਖਤਮ ਹੋ ਜਾਂਦੀ ਹੈ। ਤੇ ਸਾਡਾ ਮੂਲ ਕੀ ਹੈ ਜੀ? ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਜੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਸਾਡਾ ਮੂਲ ਕੌਣ ਹੈ ਜੀ? ਪਰਮਾਤਮਾ ਵਾਹਿਗੁਰੂ ਜੀ। ਤੇ ਜੇ ਅਸੀਂ ਮੂਲ ਦੇ ਨਾਲੋਂ ਜਦੋਂ ਟੁੱਟ ਜਾਈਏ, ਤੇ ਗੁਰੂ ਸਾਹਿਬ ਜੀ ਸਮਝਾਉਂਦੇ ਫਿਰ ਆਵਾਗਮਨ ਦਾ ਚੱਕਰ ਪੈਂਦਾ ਹੈ। ਜਿੱਥੇ ਮੂਲ ਨਾਲ ਜੁੜਿਆ ਨਿਜ ਘਰ ਵਾਸ ਹੋ ਜਾਂਦਾ ਹੈ, ਉਹ ਮਾਲਕ ਦੇ ਨਾਲ ਪ੍ਰੀਤੀ ਪੈ ਜਾਂਦੀ ਹੈ। ਤੇ ਮਾਲਕ ਮੂਲ ਨਾਲੋਂ ਟੁੱਟਣ ਦੇ ਨਾਲ ਫਿਰ ਵਿਛੋੜਾ ਪੈਣ ਨਾਲ ਜਨਮਾਂ ਜਨਮਾਂਤਰਾਂ ਦਾ ਚੱਕਰ ਬਣਦਾ ਹੈ। ਸੰਸਾਰ ਵਿੱਚ ਜੀਵਨ ਵੀ ਦੁਖੀ ਹੁੰਦਾ ਹੈ। ਮੈਨੂੰ ਸਵਾਮੀ ਤੀਰਥਨਾਥ ਡੰਡੀ ਸੰਨਿਆਸੀ ਜੀ ਦੇ ਬਚਨ ਯਾਦ ਆ ਗਏ। ਇਹ ਸਵਾਮੀ ਤੀਰਥਨਾਥ ਡੰਡੀ ਸੰਨਿਆਸੀ ਜੀ ਸਨਾਤਨ ਧਰਮ ਦੇ ਵਿੱਚ ਹੋਏ ਨੇ। ਇਹਨਾਂ ਨੇ ਜਿਹੜੀ ਇੱਕ ਕਿਤਾਬ ਲਿਖੀ ਹੈ ਜੀ, ਕਾਫੀ ਕਿਤਾਬਾਂ ਲਿਖੀਆਂ, ਕੇਵਲ ਮੈਂ ਇੱਕ ਕਿਤਾਬ ਦੀ ਗੱਲ ਕਰਨ ਲੱਗਾ। ਉਹ ਲਿਖੀ ਹੈ ਸਰਵੋਤਮ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਦਾ ਸਰਲੇਖ ਹੈ। ਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਟਾ ਰਹਿਤ ਫ੍ਰੀ ਪੜ੍ਹਨ ਵਾਸਤੇ, ਜਦੋਂ ਤੁਸੀਂ ਦਰਬਾਰ ਸਾਹਿਬ ਜਾਂ ਜਿੱਥੇ ਜਿੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਉਹਨਾਂ ਲਿਟਰੇਚਰ ਹਾਊਸ ਤੇ ਮਿਲਦੀ ਹੈ ਜੀ, ਜਦੋਂ ਵੀ ਜਾਓ ਲੈ ਕੇ ਆਇਓ। ਉਹਦੇ ਅੰਦਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦੇ ਬਾਰੇ ਦੱਸਿਆ। ਉਹਨਾਂ ਨੇ ਇੱਕ ਗੱਲ ਇਹ ਲਿਖੀ ਹੈ, ਕਹਿੰਦੇ ਮੈਂ ਸਨਾਤਨ ਧਰਮ ਦੇ ਵਿੱਚ ਮੇਰਾ ਜਨਮ ਹੋਇਆ, ਮੈਂ ਹਿੰਦੂ ਧਰਮ ਦੇ ਗ੍ਰੰਥ ਵੀ ਪੜ੍ਹੇ, ਇਸਲਾਮ ਧਰਮ ਦੀ ਵੀ ਸਟੱਡੀ, ਜਿੰਨਾ ਬਾਕੀ ਧਰਮਾਂ ਦੀ ਵੀ ਸਟੱਡੀ ਕੀਤੀ। ਕਹਿੰਦੇ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵੀ ਕੀਤੇ ਤੇ ਸਾਰਾ ਤੱਤ ਕੱਢਿਆ ਕਿ ਜੋ ਦੁਨੀਆ ਦੇ ਵਿੱਚ ਯੂਨੀਵਰਸਲ ਗ੍ਰੰਥ ਹੋ ਸਕਦਾ, ਸਮੁੱਚੀ ਮਨੁੱਖਤਾ ਨੂੰ ਗਿਆਨ ਦੇ ਸਕਦਾ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਕਿਉਂਕਿ ਇਸ ਗ੍ਰੰਥ ਮਹਾਰਾਜ ਜੀ ਦੇ ਅੰਦਰ ਇਹ ਨਹੀਂ ਕਿਹਾ ਕਿ ਇਹਨੂੰ ਕੇਵਲ ਸਿੱਖ ਪੜ੍ਹ ਸਕਦੇ ਨੇ। ਹਾਂ, ਇਸ ਮਹਾਰਾਜ ਜੀ ਦੀ ਸੇਵਾ ਸਿੱਖ ਕਰਦੇ ਨੇ, ਇਹ ਮਰਜ਼ਾਦਾ ਦਾ ਪਾਲਣ ਕਰਦਿਆਂ ਹੋਇਆਂ
सिख इन्हां दा प्रबंध इस गुरु घर दा करदे ने, गुरु ग्रंथ साहिब जी की सेवा करते ने। बाणी पढ़न का अधिकार जिहड़ा वो सारिआं नूं, केवल एक सुचमता जिहड़ी है, मर्यादा जिहड़ी वो कायम होनी चाहिए है। इहदे विच कदी भी किसी धर्म दा, किसी धार्मिक आगू की निंदा नहीं की। हाँ, जो कर्मकांडी ने, भावें वो सिख धर्म दे विच ने चाहे वो बाहर ने, जो कर्म कांड करते ने, जो इंसानियत के इखलाक तो डिगे ने, उन्होंने उन्होंने जिहड़ी उन्होंने समझाया तो मिठी जी ताड़ना भी की है गुरु साहिबाना ने कि भाई जे सच्चा मुसलमान बने तो फिर तू प्रवान, जे मुसलमान बनना है तो सच्चा मुसलमान बन, जे पंडित बनना है, ब्राह्मण बनना है, सच्चा हिंदू बनना है तो वो कबूल है परमात्मा के दर से। तो सिखा भी कहा है, कहते कि गुरु रामदास महाराज जी के बचन जो पढ़ते ना, सेवक सिख पूजन सब आवे, सब गावे हर हर उत्तम बाणी, गाविया सुनिया तिनका हर थाई पावै, जिन सतगुर की आज्ञा सत सत कर मानी। सिखा भी कहा है, कहने लगे ठीक है, सेवक सिख पूजन सब आवे, सारी संगत आउंदी है जी गुरु चरणों के उपर, सब गावे हर हर उत्तम बाणी। इत्थे आके सेवा भी करते हैं, तुहाई की सेवा करते हैं, जोड़े घर की सेवा करते, लंगर सजाउण की सेवा करते, वरताउण की सेवा करते, अनेक प्रकार की सेवा जी इत्थे सेवा भी करते हैं, बाणी भी सुनते हैं। तो गुरु रामदास महाराज जी कहते आए सेवा की मुबारक है, पर जे गुरु नाल प्रीति कहो कि गुरु नूं चंगा लगे, परमात्मा नूं चंगा लगे, तो कहते केवल वही चंगा लगेगा जिन सतगुर की आज्ञा सत सत कर मानी। इत्थे दावा कोई नहीं कि मैं इन्ने साल तो आ रहा जी, इत्थे दावा कोई नहीं कि मेरे बड़े सिख धर्म दे विच ने ते मैनूं सिੱਖੀ विरासत विच मिल गई ते मैं मालिक है, नहीं। इत्थे बख्शिश का पात्र बनना पैंदा है, ते जे वो बख्शिश का पात्र गुरु परिवार विचों भी कोई नहीं बनया तो गुरु साहिबाना ने उन्होंने भी ताड़ना कर दी है। जे आपां देखिए जी, बाबा श्री चंद जी, बाबा लक्ष्मी दास जी, इस तरह ही बाबा दातू जी, बाबा दासू जी, बाबा मोहन जी, बाबा मोहरी जी, बाबा पृथ्वी चंद जी, बाबा महादेव जी, धीरमल जी, राम राय जी, जिन्ना जिन्ना ने आग्या दे विच रहे ने उन्होंने सत्कार मिलिया, जिन्ना नहीं उन्होंने मौके ते कह दिता कि सिੱਖੀ गुरता गद्दी विरासत नहीं साडी, क्योंकि गुरु नानक साहिब जी ने भरम कढ़ दिता सी। मैं ये बेनती तां कर रहा, संसार विच विचरदियां बड़ा समा, बड़ी बख्शिश, जदों वख-वख खेतर दे विच एरिए विच प्रचार करन वास्ते जाईदा ते कई बार ये कहा जाता है संगतां वल्लों जी आओ जी तुहानूं दिखाइए, आ मेरे दादे ने आज सेवा की, आ मेरे पड़दादे ने की, आज मेरे पिता जी ने की, तो फिर पुछीदा कि पुरखा उन्होंने ते की तो तुहाडी सेवा कित्थे है। इत्थे दावा कोई नहीं कि जे दादे ने पड़दादे ने सेवा की तो इत्थे कब्जा साडा, इत्थे ते सिੱਖੀ जिहड़ी वो कमाउण दा नाम है, सिੱਖੀ दे विच कमाया जाता है। तो जे जदों गुरु नानक साहिब जी ने भाई लैणा जी नूं गुरता गद्दी दिती ना जी, गुरु अंगद साहिब जी जद बने ऐलान कर दिता है कि गुरुता गद्दी की जिम्मेवारी भाई लैणा जी नूं दिती जानी है। तो गुरु पुत्रा ने इतराज किया, बाबा श्री चंद जी ने कुछ सियाणे सिखां नूं, कुछ परिवार के जीवां नूं, रिश्तेदारां नूं बुलाया, कहने लगे कि गुरु जी नूं समझाओ सिੱਖੀ दी दात, गुरता गद्दी दी दात जो सानू देण, सानू मौका देण, असी उन्हां दी नज़र दे विच प्रवान होवांगे। ते गुरु नानक साहिब जी दे कोल जदों सारी संगती रूप विच आए ना जी, उन्हां ने कहा कि गुरु साहिब जी आप जी दे निरंकार उस मालिक दी जोत हो, ते आप जी दे दर घर दा फरमान है कि परमात्मा ते गुरु कदी गलती नहीं कर सकते, कदी गलत नहीं हो सकते। ते गुरु साहिब जीओ आप जी ने जो निर्णय किया ਉਹਦੇ ਉੱਪਰ ਸਾਨੂੰ कोई शंका नहीं है, कोई भरम नहीं है, पर ਤੁਹਾਡੇ बच्चे जो एक गल कह रहे ने उस दे वास्ते असीं ਤੁਹਾਡੇ चरणों में बेनती करने वास्ते आए हैं कि जिथे ये कह रहे कि एक मौका होर दिओ, एक बार फिर परखल की जाए, जो योग होवे उन्होंने गुरता गद्दी दे दी जाए। तो बेनती है कि एक मौका इन्हां बच्चों नूं साडे कहण ते होर दिता जाए। संगत बैठी है जी,
ਤੇ ਗੁਰੂ ਸਾਹਿਬ ਜੀਆਂ ਨੇ ਕਹਿੰਦੇ ਉਸ ਵੇਲੇ, ਕਿਉਂਕਿ ਅੱਜ ਜਿਵੇਂ ਰੁਪਈਏ ਕਰੰਸੀ ਦਾ ਵਿੱਚ ਵਾਧਾ ਹੋਇਆ, ਉਹਨਾਂ ਸਮਿਆਂ ਵਿੱਚ ਇੱਕ ਪੈਸਾ ਜਾਂ ਟਕਾ ਇਸ ਤਰ੍ਹਾਂ ਮਾਇਆ ਦੇ ਰੂਪ ਵਿੱਚ ਸੀ। ਤੇ ਕਹਿੰਦੇ ਨੇ ਕਿ ਇਤਿਹਾਸਕਾਰ ਕੇ ਗੁਰੂ ਸਾਹਿਬ ਜੀ ਨੇ ਆਪਣੇ ਹੱਥ ਦੇ ਵਿੱਚ, ਕੋਈ ਕਹਿੰਦਾ ਟਕਾ, ਕੋਈ ਇਤਿਹਾਸਕਾਰ ਕਹਿੰਦਾ ਇੱਕ ਪੈਸਾ, ਤੇ ਕੋਈ ਕਹਿੰਦਾ ਕਿ ਲੱਕੜੀ ਦਾ ਇੱਕ ਟੁਕੜਾ ਜਿਹਨੂੰ ਡੱਕਾ ਕਹਿੰਦੇ ਆ। ਖੈਰ ਆਪਾਂ ਇੱਕ ਪੈਸਾ ਹੀ ਮੰਨ ਕੇ ਚੱਲੀਏ। ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਇੱਕ ਪੈਸਾ ਆਪਣੀ ਮੁੱਠੀ ਦੇ ਵਿੱਚ ਬੰਦ ਕੀਤਾ। ਸੰਗਤ ਨੇ ਦੇਖਿਆ, ਪੁੱਤਰਾਂ ਨੇ ਦੇਖਿਆ, ਭਾਈ ਲਹਿਣਾ ਜੀ ਨੇ ਵੀ ਦੇਖਿਆ ਇੱਕ ਪੈਸਾ ਜਾਂ ਇੱਕ ਟੱਕਾ ਜਿਹੜਾ ਉਹ ਬੰਦ ਕੀਤਾ ਮੁੱਠੀ ਦੇ ਵਿੱਚ। ਗੁਰੂ ਨਾਨਕ ਸਾਹਿਬ ਜੀ ਬਾਬਾ ਸ਼੍ਰੀ ਚੰਦ ਜੀ ਨੂੰ ਪੁੱਛਦੇ ਨੇ, ਕਹਿੰਦੇ ਪੁੱਤਰ ਮੇਰੀ ਮੁੱਠੀ ਦੇ ਵਿੱਚ ਮੈਂ ਕੀ ਬੰਦ ਕੀਤਾ ਹੈ? ਕਹਿਣ ਲੱਗੇ ਕਿ ਪਿਤਾ ਜੀ ਮੈਂ ਕੀ, ਆ ਸਾਰੀ ਸੰਗਤ ਹੀ ਜਾਣਦੀ ਕਿ ਇੱਕ ਪੈਸਾ ਤੁਹਾਡੇ ਹੱਥ ਤੇ ਸੀ, ਉਹ ਤੁਸੀਂ ਮੁੱਠੀ ਦੇ ਵਿੱਚ ਬੰਦ ਕਰ ਲਿਆ। ਫਿਰ ਲਖਮੀ ਦਾਸ ਨੂੰ ਪੁੱਛਿਆ, ਕਹਿਣ ਲੱਗੇ ਪੁੱਤਰ ਲਖਮੀ ਦਾਸ ਮੇਰੀ ਬੰਦ ਮੁੱਠੀ ਦੇ ਵਿੱਚ ਕੀ ਹੈ? ਤੇ ਲਖਮੀ ਦਾਸ ਵੀ ਕਹਿਣ ਲੱਗੇ ਪਿਤਾ ਜੀ ਭਰਾਤਾ ਨੇ ਦੱਸ ਦਿੱਤਾ, ਸਾਰੀ ਸੰਗਤ ਵੀ ਜਾਣਦੀ ਕਿ ਇੱਕ ਪੈਸਾ ਤੁਹਾਡੇ ਹੱਥ ਦੇ ਵਿੱਚ ਮੁੱਠੀ ਦੇ ਵਿੱਚ ਹੈ। ਫਿਰ ਭਾਈ ਲਹਿਣਾ ਜੀ ਦੀ ਵਾਰੀ ਆਈ, ਕਹਿੰਦੇ ਲਹਿਣਿਆ ਖੜਾ ਹੋ ਕੇ ਦੱਸ ਮੇਰੀ ਮੁੱਠੀ ਦੇ ਵਿੱਚ ਕੀ ਬੰਦ ਹੈ। ਤੇ ਭਾਈ ਲਹਿਣਾ ਜੀ ਨੇ ਗਲ ਦੇ ਵਿੱਚ ਇਸੇ ਤਰ੍ਹਾਂ ਹਜੂਰੀਆ ਪਾਇਆ, ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਮੇਰੀ ਕੀ ਤਾਕਤ, ਮੇਰੀ ਕੀ ਪਾਇਆ, ਮੇਰੀ ਕੀ ਹਸਤੀ ਕਿ ਤੁਹਾਡੀ ਬੰਦ ਮੁੱਠੀ ਦੇ ਰਾਜ ਨੂੰ ਮੈਂ ਦੱਸ ਸਕਾਂ। ਮੇਰੇ ਵਿੱਚ ਇੰਨੀ ਸਮਰੱਥਾ ਨਹੀਂ, ਇੰਨਾ ਗਿਆਨ ਨਹੀਂ ਹੈ। ਪਰ ਜੇ ਆਪ ਜੀ ਫਿਰ ਵੀ ਬਖਸ਼ਿਸ਼ ਕਰਕੇ ਹੁਕਮ ਲਾਉਂਦੇ ਹੋ ਤੇ ਮੈਂ ਇਹ ਕਹਾਂਗਾ ਕਿ ਆਪ ਜੀ ਦੀ ਬੰਦ ਮੁੱਠੀ ਵਿੱਚ ਹਾਲਤ ਤੇ ਪਲਤ ਦੋ ਜਹਾਨ ਦੇ ਸੁੱਖ ਨੇ। ਤੇ ਮੈਨੂੰ ਇਹ ਵੀ ਪਤਾ ਏ ਕਿ ਜਿਹਦੇ ਉੱਪਰ ਵੀ ਮੇਰੇ ਵਰਗੇ ਨਭਾਗੇ ਦੇ ਉੱਪਰ ਇਹ ਹੱਥ ਮੁੱਠੀ ਖੁੱਲ ਜਾਵੇ ਤੇ ਨਦਰ ਹੀ ਨਦਰ ਨਿਹਾਲ ਹੋ ਜਾਂਦਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਨੂੰ ਜਿਹੜੇ ਆਏ ਸੀ ਫੈਸਲਾ ਕਰਨ, ਉਹਨਾਂ ਨੂੰ ਕਿਹਾ ਕਿ ਹੁਣ ਦੱਸੋ ਕਿ ਯੋਗ ਕਿਹੜਾ ਹੈ। ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਜਿਹੜਾ ਆਪ ਜੀ ਦਾ ਫੈਸਲਾ ਸੀ ਉਹ ਪਹਿਲਾਂ ਵੀ ਕਿਹਾ ਸੀ ਕਿ ਸਹੀ ਹੈ, ਹੁਣ ਵੀ ਕਹਿੰਨੇ ਕਿ ਸਹੀ ਹੈ। ਸੋ ਕਹਿਣ ਦਾ ਭਾਵ ਇੱਥੇ ਦਾਵਾ ਕੋਈ ਨਹੀਂ, ਇੱਥੇ ਕਮਾਉਣਾ ਪੈਂਦਾ ਹੈ। ਇੱਥੇ ਜੋ ਪ੍ਰਮਾਣ ਹੋ ਸਕਦਾ ਹੈ। ਤੇ ਬੇਨਤੀ ਕਰ ਰਿਹਾ ਸਾਂ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਾਰੀਆਂ ਦਾਤਾਂ ਦੇ ਰਹੇ ਨੇ ਤੇ ਉਹਦੇ ਪਾਤਰ ਬਣਨ ਵਾਸਤੇ ਸਾਨੂੰ ਵੀ ਉਸ ਮੂਲ ਦੀ ਸੰਭਾਲ ਕਰਨੀ ਚਾਹੀਦੀ ਹੈ। ਤੇ ਮੈਂ ਸਵਾਮੀ ਤੀਰਥਨਾਥ ਡੰਡੀ ਸੰਨਿਆਸੀ ਦੀ ਗੱਲ ਕਰ ਰਿਹਾ ਸੀ, ਉਹਨੇ ਇਹ ਗੱਲ ਕਹੀ, ਕਹਿੰਦੇ ਕਿ ਸਰਵੋਤਮ ਧਰਮ ਤੇ ਸਰਵੋਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਹੈ। ਤੇ ਮੈਂ ਉਹਨਾਂ ਦੀ ਜੀਵਨ ਦੀ ਇੱਕ ਗੱਲ ਕਰ ਰਿਹਾ ਕਿ ਉਹਨਾਂ ਨੇ ਆਪਣੀ ਹਿਸਟਰੀ ਦੇ ਵਿੱਚ ਲਿਖਿਆ ਕਿ ਮੂਲ ਦੇ ਨਾਲ ਜੁੜਨਾ ਕਿੰਨਾ ਲਾਭਦਾਇਕ ਹੈ ਤੇ ਮੂਲ ਤੋਂ ਟੁੱਟਣਾ ਕਿੰਨਾ ਨੁਕਸਾਨ ਹੈ। ਕਹਿੰਦੇ ਮੈਂ ਫਰਾਂਸ ਦੇ ਵਿੱਚ ਗਿਆ ਤੇ ਮੈਨੂੰ ਜਿਸ ਰਹਾਇਸ਼ ਜਿੱਥੇ ਉਹ ਮਤਲਬ ਆਏ ਹੋਏ ਗੈਸਟ ਨੂੰ, ਮਹਿਮਾਨ ਨੂੰ ਠਹਿਰਾਉਂਦੇ ਸਨ, ਕਹਿੰਦੇ ਉੱਥੇ ਠਹਿਰਾਇਆ। ਤੇ ਉਸ ਜਿਹੜੀ ਇਮਾਰਤ ਵਿੱਚ ਮੈਂ ਰੁਕਿਆ ਸੀ, ਕਹਿੰਦੇ ਉਹਦੇ ਬਾਰ-ਬਾਰ ਇੱਕ ਬਗੀਚੀ ਹੈ, ਬੜੇ ਸੋਹਣੇ ਸੋਹਣੇ ਗਮਲਿਆਂ ਦੇ ਵਿੱਚ ਬੂਟੇ ਪੌਦੇ ਜਿਹੜੇ ਫੁੱਲ ਆਦਿਕ ਲਗਾਏ ਹੋਏ ਨੇ। ਇੱਕ ਦਿਨ ਕਹਿੰਦੇ ਮੈਂ ਘੁੰਮਦਿਆਂ ਬਗੀਚੀ ਦੇ ਇੱਕ ਬੂਟੇ ਨੂੰ ਜਾ ਕੇ ਨੇੜਿਓਂ ਹੋ ਕੇ ਦੇਖਿਆ। ਤੇ ਜਿਵੇਂ ਸੰਗਤ ਜੀ ਸਾਨੂੰ ਵੀ ਕੋਈ ਦਰਖਤ, ਕੋਈ ਪੌਦਾ, ਕੋਈ ਚੰਗਾ ਲੱਗੇ, ਅਸੀਂ ਵੀ ਬੜੀ ਗਹਿਰਾਈ ਨਾਲ ਦੇਖਦੇ ਹਾਂ। ਤੇ ਸਵਾਮੀ ਤੀਰਥਨਾਥ ਡੰਡੀ ਸੰਨਿਆਸੀ ਜੀ ਕਹਿੰਦੇ ਜਦੋਂ ਮੈਂ ਉਹ ਬੂਟੇ ਕੋਲ ਗਿਆ, 3 ਫੁੱਟ ਦੀ ਉਹਦੀ ਹਾਈਟ ਲੰਬਾਈ ਹੋਏਗੀ। ਕਹਿੰਦੇ ਮੈਂ ਜਾ ਕੇ ਦੇਖਿਆ ਬੜਾ ਖੂਬਸੂਰਤ ਬੂਟਾ ਹੈ। ਤੇ ਲਾਗੇ ਕਹਿੰਦੇ ਮਾਲੀ ਹੈ ਜਿਹੜਾ ਉੱਥੇ ਗੋਡੀ ਕਰਦਾ ਪਿਆ, ਦੇਖਭਾਲ ਕਰਦਾ ਪਿਆ। ਤੇ ਸਵਾਮੀ ਜੀ ਕਹਿੰਦੇ ਮੈਂ ਉਸ ਮਾਲੀ ਨੂੰ ਪੁੱਛਿਆ ਕਿ ਇਹ ਜਿੰਨੇ ਦਰਖਤ ਪੌਦੇ ਜਿਹੜੇ ਤੂੰ ਲਗਾਏ ਨੇ ਬੜੇ ਵਧੀਆ ਨੇ, ਪਰ ਆਹ ਬੂਟਾ ਜਿਹੜਾ ਇਹ ਮੈਨੂੰ ਬੜਾ ਆਕਰਸ਼ਿਤ ਕਰ ਰਿਹਾ, ਬੜਾ ਸੋਹਣਾ ਲੱਗ ਰਿਹਾ, ਇਹ ਬੂਟਾ ਲਿਆਂਦਾ, ਇਹ ਪੌਦਾ ਲਿਆਂਦਾ ਕਿੱਥੋਂ ਹੈ? ਉਹਨਾਂ ਦੱਸਿਆ ਜੀ ਇੱਥੋਂ ਕਈ ਕਿਲੋਮੀਟਰ ਦੂਰ ਪਹਾੜੀਆਂ ਦੇ ਵਿੱਚ ਇਹ ਬੂਟਾ ਹੁੰਦਾ ਹੈ। ਫਿਰ ਕਹਿਣ ਲੱਗੇ ਮੇਰਾ ਦੂਜਾ ਸਵਾਲ ਸੀ ਉਸ ਮਾਲੀ ਨੂੰ ਕਿ ਇਹ ਬੂਟਾ 3 ਫੁੱਟ ਦਾ ਹੀ 4 ਫੁੱਟ ਦਾ ਹੀ ਰਹੇਗਾ ਕਿ ਜਾਂ ਥੋੜਾ ਵੱਡਾ ਵੀ ਹੋਵੇਗਾ? ਤੇ ਉਸ ਮਾਲੀ ਨੇ ਕਹਿੰਦੇ ਜਿਹੜਾ ਜਵਾਬ ਦਿੱਤਾ ਸੁਣ ਕੇ ਤੇ ਕਹਿੰਦੇ ਮੈਂ ਆਪਣੇ ਅੰਦਰੋਂ ਹਿੱਲ ਗਿਆ। ਕਹਿੰਦੇ ਉਹ ਮਾਲੀ ਨੇ ਇਹ ਗੱਲ ਕਹੀ, ਕਹਿੰਦਾ ਨਹੀਂ ਸਵਾਮੀ ਜੀ ਇਹ 3 ਫੁੱਟ ਦਾ ਹੀ ਬੂਟਾ ਨਹੀਂ, ਜਿੱਥੋਂ ਪਹਾੜਾਂ ਤੋਂ ਲਿਆਂਦਾ ਉੱਥੇ 2-2 250-250 ਫੁੱਟ ਉੱਚਾ ਬੂਟਾ ਇਹ ਹੋ ਜਾਂਦਾ ਹੈ। ਤੇ
ਕਹਿਣ ਲੱਗੇ ਮੈਂ ਕਿਹਾ ਵੀ ਇਹ ਵੀ ਇੰਨਾ 200-250 ਫੁੱਟ ਹੋਏਗਾ। ਮਾਲੀ ਕਹਿੰਦਾ ਇਹ ਨਹੀਂ ਹੋਏਗਾ, ਇਹ ਇੰਨਾ ਹੀ ਰਹੇਗਾ। ਕਹਿੰਦੇ ਹੈਰਾਨ ਹੋ ਗਿਆ ਮੈਂ ਵੀ ਇੱਕ ਹੀ ਬੂਟਾ ਉਹ 200-250 ਫੁੱਟ ਹੁੰਦਾ, ਉਹੀ ਬੂਟਾ 3-4 ਫੁੱਟ ਰਵੇਗਾ। ਤੇ ਉਹਨੇ ਫਿਰ ਕਹਿੰਦੇ ਗਮਲਾ ਉਲਟਾ ਕਰਕੇ ਨਾ ਜੀ, ਕਿਉਂਕਿ ਗਮਲੇ ਦੇ ਥੱਲੇ ਆਪਾਂ ਦੇਖਦੇ ਛੇਕ ਹੁੰਦਾ ਹੈ, ਹੋਰ ਹੁੰਦਾ ਹੈ। ਕਹਿੰਦੇ ਉਹ ਮੋਰੀ ਉਹ ਛੇਕ ਜਿਹੜਾ ਵਿਖਾਇਆ, ਕਹਿੰਦੇ ਸਵਾਮੀ ਜੀ ਗੱਲ ਇਹ ਹੈ ਵੀ ਇਹ ਵੀ ਬੂਟਾ ਤੇ 200-250 ਫੁੱਟ ਹੋ ਸਕਦਾ, ਪਰ ਜਦੋਂ ਇਹ ਮੋਰੀ ਦੇ ਰਾਹੀਂ ਇਹਦੀਆਂ ਜੜ੍ਹਾਂ ਮਿੱਟੀ ਦੇ ਵਿੱਚ ਲੱਗਣ ਲੱਗਦੀਆਂ ਨੇ, ਮੈਂ ਕੈਂਚੀ ਲੈ ਕੇ ਕੱਟ ਦਿੰਦਾ ਹੈ, ਤੇ ਜਿੰਨਾ ਚਿਰ ਇਹਦੀ ਜੜ ਮੂਲ ਮਿੱਟੀ ਨਾਲ ਨਹੀਂ ਲੱਗੇਗੀ ਉਹਨਾਂ ਚਿਰ ਇਹ ਬੂਟਾ ਵੱਧ ਨਹੀਂ ਸਕਦਾ। ਕਹਿੰਦੇ ਫਿਰ ਮੇਰੇ ਮਨ ਦੇ ਅੰਦਰ ਵੀ ਇੱਕ ਫਟਕਾਰ ਪਾਈ ਮੇਰੇ ਮਨ ਨੇ, ਉਹ ਸਵਾਮੀ ਉਹ ਤੀਰਥਨਾਥ ਡੰਡੀ ਸੰਨਿਆਸੀ ਜਿਵੇਂ ਇੱਕ ਬੂਟਾ ਆਪਣੇ ਮੂਲ ਦੇ ਨਾਲ ਜੁੜੇ ਤੇ 200-250 ਫੁੱਟ ਲੰਬਾਈ ਹੈ, ਮੂਲ ਨਾਲੋਂ ਟੁੱਟ ਜਾਏ ਤੇ ਬੌਣਾ 3 ਫੁੱਟ ਦਾ ਰਹਿ ਜਾਂਦਾ, ਇਸੇ ਤਰ੍ਹਾਂ ਹੀ ਇਹ ਬੰਦਿਆ ਜੇ ਤੂੰ ਮੂਲ ਪਰਮਾਤਮਾ ਨਾਲ ਜੁੜ ਗਿਆ ਤੇ ਫਿਰ ਪਰਮਾਤਮਾ ਆਪਣੇ ਸਿੰਘਾਸਨ ਤੇ ਬਿਠਾ ਲੈਂਦਾ, ਨਾ ਉੱਚਾ ਕਰ ਲੈਂਦਾ। ਭਗਤ ਕਬੀਰ ਜੀ ਦੇ ਬਚਨ ਨਾ ਜੀ, ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ। ਪਰ ਕਹਿੰਦੇ ਜੇ ਇਹ ਮੂਲ ਤੋਂ ਟੁੱਟ ਗਿਆ ਤੇ ਫਿਰ ਦੁਨੀਆ ਦੇ ਆਵਾਗਮਨ ਦੇ ਚੱਕਰ ਵਿੱਚ ਹੀ ਪੈਂਦਾ ਹੈ। ਇਹ ਹੈ ਮੂਲ ਪਰਮਾਤਮਾ ਦੇ ਨਾਲ ਜੁੜਨਾ। ਤੇ ਗੁਰੂ ਸਾਹਿਬ ਨੇ ਇਸੇ ਕਰਕੇ ਸਮਝਾਇਆ, ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੇ ਸਾਡਾ ਮੂਲ ਹੈ ਜੀ ਪਰਮਾਤਮਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਾਰ-ਵਾਰ ਸਾਨੂੰ ਇਹ ਸਮਝਾਇਆ ਕਿ ਉਸ ਮੂਲ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਹੈ, ਉਹਨੂੰ ਮਾਤਾ ਪਿਤਾ ਬਣਾ ਕੇ ਭੈਣ ਭਰਾਵਾਂ ਦੇ ਰੂਪ ਵਿੱਚ, ਮਿੱਤਰਾਂ ਦੇ ਰੂਪ ਵਿੱਚ ਭਾਵ ਕੇ ਜਿਵੇਂ ਨੇੜੇ ਦੇ ਰਿਸ਼ਤਿਆਂ ਦੇ ਵਿੱਚੋਂ ਅਸੀਂ ਉਹਨਾਂ ਨੂੰ ਬੜਾ ਪਿਆਰ ਕਰਦੇ ਆ, ਇਦਾਂ ਦਾ ਹੀ ਪਿਆਰ ਪਰਮਾਤਮਾ ਦੇ ਨਾਲ ਵੀ ਕਰੀਏ ਤੇ ਦੁਨੀਆ ਦੇ ਵਿੱਚ ਕਦੀ ਨਿਰਾਸ਼ਤਾ ਨਹੀਂ ਆਉਂਦੀ। ਕਿਉਂਕਿ ਸਾਡਾ ਦੁਨੀਆ ਵਿੱਚ ਆਉਣ ਦਾ ਏਮ ਹੀ ਇਹ ਹੈ। ਅਸੀਂ ਰੋਜ਼ ਰਹਿਰਾਜ ਸਾਹਿਬ ਜੀ ਦੇ ਅੰਦਰ ਵੀ ਬਾਣੀ ਦੇ ਅੰਦਰ ਇਹੀ ਉਪਦੇਸ਼ ਪੜ੍ਹਦੇ ਸੁਣਦੇ ਆ ਨਾ ਜੀ, ਕਿ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਗੋਬਿੰਦ ਤੋਂ ਭਾਵ ਹੈ ਅਕਾਲ ਪੁਰਖ ਵਾਹਿਗੁਰੂ। ਸਾਨੂੰ ਇਹ ਸਮਝਾਇਆ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਦੇ ਵਿੱਚ ਬੈਠ ਕੇ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ। ਇਸ ਦੁਨੀਆ ਦੇ ਅੰਦਰ ਜਿੱਥੇ ਵੀ ਅਸੀਂ ਵਿਚਰਦੇ ਆਂ, ਕੰਮ ਕਾਜ ਕਰਦੇ ਆਂ, ਉਸ ਵੇਲੇ ਵੀ ਪਰਮਾਤਮਾ ਦਾ ਨਾਮ ਜਪਣਾ। ਤੇ ਗੁਰਦੇਵ ਜੀ ਨੇ ਸਮਝਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ। ਅਵਰ ਕਾਜ ਦਾ ਭਾਵ ਇਹ ਹੈ ਕਿ ਜੇ ਪਰਮਾਤਮਾ ਨੇ ਜਿਸ ਨੇ ਪੈਦਾ ਕੀਤਾ ਉਸ ਦੀ ਅਸੀਂ ਬੰਦਗੀ ਨਹੀਂ ਕਰਦੇ, ਉਸ ਦਾ ਸਿਮਰਨ ਨਹੀਂ ਕਰਦੇ, ਉਸ ਦਾ ਜਾਪ ਨਹੀਂ ਕਰਦੇ, ਤੇ ਸਾਡੇ ਸਾਰੇ ਕੀਤੇ ਕੰਮ ਜਿਹੜੇ ਨੇ ਵਿਅਰਥ ਨੇ। ਤੇ ਮੈਂ ਇਹ ਵੀ ਬੇਨਤੀ ਕਰਾਂ, ਕਈ ਵਾਰ ਜਦੋਂ ਇਹ ਸ਼ਬਦ ਪੜ੍ਹਦੇ ਤੇ ਮਨ ਵਿੱਚ ਕਈਆਂ ਦੇ ਵਿਚਾਰ ਆ ਜਾਂਦੀ ਕਿ ਸ਼ਾਇਦ ਗੁਰੂ ਸਾਹਿਬ ਜੀ ਨੇ ਜਿਹੜੇ ਦੁਨਿਆਵੀ ਕੰਮ ਅਸੀਂ ਕਰਦੇ ਇਹਦੇ ਤੋਂ ਰੋਕਿਆ। ਸ਼ਾਇਦ ਇੱਥੇ ਕਿਹਾ ਜੀ ਅਵਰ ਕਾਜ ਤੇਰੇ ਕਿਤੇ ਨਾ ਕਾਮ, ਪਰ ਇਹਦੇ ਅਰਥ ਇਹ ਹੈ ਕਿ ਜਿਹੜੇ ਕੰਮ ਅਸੀਂ ਕਰਦੇ ਹਾਂ, ਜੇ ਅਸੀਂ ਬੰਦਗੀ ਕਰਦੇ ਨਾਲ ਨਾਲ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਗੁਰਬਾਣੀ ਦੇ ਜਾਪ ਨੂੰ ਅੰਦਰ ਵਸਾਉਣੇ ਆ, ਤੇ ਸਾਡੇ ਕੀਤੇ ਹੋਏ ਸਾਰੇ ਕੰਮ ਸਫਲੇ ਨੇ। ਇੱਕ ਜੱਜ ਦੀ ਪਦਵੀ ਤੇ ਬੈਠ ਕੇ ਜੇ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜਦਾ ਹੈ ਤੇ ਉਹਦੀ ਜਿਹੜੀ ਨੌਕਰੀ, ਉਹਦੀ ਜਿਹੜੀ ਸੇਵਾ ਉਹ ਪ੍ਰਵਾਨ ਹੈ। ਇੱਕ ਜੇ ਦੁਕਾਨਦਾਰ ਦੁਕਾਨ ਤੇ ਬੈਠ ਕੇ ਉਸ ਵਾਹਿਗੁਰੂ ਦਾ ਨਾਲ ਨਾਲ ਜਾਪ ਕਰਦਾ ਹੈ ਤੇ ਉਹਦਾ ਬਿਜ਼ਨਸ, ਉਹਦਾ ਵਪਾਰ ਜਿਹੜਾ ਉਹ ਕਾਮਯਾਬ ਹੈ, ਉਹ ਸਫਲਾ ਹੈ। ਜੇ ਕੋਈ ਕਿਸਾਨੀ ਕਰਦਾ, ਵਾਹਿਗੁਰੂ ਦੀ ਬੰਦਗੀ ਕਰਦਾ, ਤੇ ਉਹਦੀ ਕਿਸਾਨੀ ਸਫਲੀ ਹੈ। ਜੇ ਕੋਈ ਯਾਤਰਾ, ਕੋਈ ਟਰੈਵਲਿੰਗ ਕਰਦਾ ਪਿਆ ਹੈ, ਉਹ ਜਾਂਦਾ ਜਾਂਦਾ ਵੀ ਜੇ ਉਸ ਮਾਲਕ ਨਾਲ ਜੁੜਿਆ ਹੈ ਤੇ ਉਹਦੀ ਯਾਤਰਾ, ਉਹਦਾ ਸਫ਼ਰ ਜਿਹੜਾ ਉਹ ਸਫਲ ਹੈ। ਜੇ ਕੋਈ ਨੌਕਰ ਹੈ, ਨੌਕਰੀ ਕਰਦਿਆਂ ਵਾਹਿਗੁਰੂ ਦੇ ਸਿਮਰਨ ਨੂੰ, ਬਾਣੀ ਨੂੰ ਹਿਰਦੇ ਵਿੱਚ ਵਸਾਉਂਦਾ, ਉਹਦੀ ਨੌਕਰੀ, ਉਹਦੀ ਚਾਕਰੀ ਸਫਲੀ ਹੈ। ਕਿਉਂਕਿ ਇੱਥੇ ਅਵਰ ਕਾਜ ਤੋਂ ਇਹ ਭਾਵ ਨਹੀਂ ਲੈ ਲੈਣਾ ਕਿ ਅਸੀਂ ਦੁਨੀਆ ਦੇ ਕੰਮ, ਬਿਜ਼ਨਸ, ਵਪਾਰ, ਕਾਰੋਬਾਰ ਇਹਨੂੰ ਮਾੜਾ ਕਿਹਾ, ਨਹੀਂ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਜੋ ਹੈ ਨਾ ਜੀ, ਗੁਰੂ ਸਾਹਿਬ ਜੀ ਨੇ ਸਿਧਾਂਤ, 3 ਸੁਨਹਿਰੀ ਸਿਧਾਂਤ ਜਿਹਨੂੰ ਆਪਾਂ ਕਹਿੰਦੇ ਆ,
ਉਹ ਤਿੰਨਾਂ ਸਿਧਾਂਤਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਪ੍ਰਥਮ ਜਿਹੜਾ ਰੱਖਿਆ ਉਹ ਕਿਰਤ ਨੂੰ ਰੱਖਿਆ, ਵਰਕ ਨੂੰ, ਕੰਮ ਨੂੰ ਰੱਖਿਆ ਹੈ। ਅਸੀਂ ਜੋ ਪੜ੍ਹਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਦੂਜੇ ਨੰਬਰ ਤੇ ਰੱਖਿਆ ਨਾਮ ਨੂੰ ਜਪਣਾ, ਤੇ ਤੀਜੇ ਜੋ ਕਿਰਤ ਅਸੀਂ ਕਰਦੇ ਆ ਉਹਨੂੰ ਵੰਡ ਕੇ ਛਕਣਾ। ਤੇ ਗੁਰੂ ਸਵਾਰਿਓ ਕਿਰਤ ਜਿਹੜੀ ਕੇਵਲਾ ਦੁਨਿਆਵੀ ਕਰਦੇ ਇਹਨੂੰ ਵੰਡ ਕੇ ਨਹੀਂ ਛਕਣਾ, ਕਿਉਂਕਿ ਵੰਡ ਕੇ ਛਕਣ ਤੋਂ ਭਾਵ ਵੀ ਜਿਹੜਾ ਮੀਨਿੰਗ ਵਿਚਾਰਨਾ ਪਵੇਗਾ। ਜੇ ਤੇ ਅਸੀਂ ਕੇਵਲ ਦੁਨਿਆਵੀ ਜਿਹੜਾ ਕੰਮ ਕਰਦੇ ਆ ਉਹਦੇ ਵਿੱਚੋਂ ਪੈਸੇ ਜਾਂ ਪਦਾਰਥਾਂ ਦੀ ਵੰਡਣ ਦੀ ਗੱਲ ਆਉਂਦੀ, ਤੇ ਗੁਰੂ ਸਾਹਿਬ ਜੀ ਨੇ ਵੰਡ ਛਕਣਾ ਜਿਹੜਾ ਸੀ ਦੂਜੇ ਨੰਬਰ ਤੇ ਰੱਖਣਾ ਸੀ। ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਹੁਣ ਇੱਥੇ ਕੀ ਹੈ ਜੀ? ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹਦਾ ਭਾਵ ਕਿ ਜੇ ਅਸੀਂ ਕੰਮ ਕਰਦੇ, ਕਿਰਤ ਕਰਦੇ ਆ, ਕਾਰੋਬਾਰ ਕਰਦੇ ਆ, ਨੌਕਰੀ ਕਰਦੇ ਆ, ਵਪਾਰ ਕਰਦੇ ਆ, ਉਹਦੇ ਵਿੱਚੋਂ ਕਮਾਈ ਹੋਈ ਮਾਇਆ ਤੇ ਪਦਾਰਥਾਂ ਨੂੰ ਜਿੱਥੇ ਵੰਡਣਾ ਹੈ, ਉੱਥੇ ਜੋ ਅਸੀਂ ਨਾਮ ਜਪਦੇ ਆ ਨਾ ਜੀ, ਇਹਦੇ ਨਾਲ ਵੀ ਇਹ ਵੀ ਵੰਡ ਕੇ ਛਕਣਾ, ਭਾਵ ਕਿ ਦੂਜਿਆਂ ਨੂੰ ਵੀ ਨਾਮ ਜਪਣ ਤੇ ਲਾਉਣਾ। ਦੋਵਾਂ ਤਰ੍ਹਾਂ ਦੀਆਂ ਦਾਤਾਂ ਵੰਡਣ ਦੇ ਵਾਸਤੇ ਕਿਹਾ ਹੈ। ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਸੁਖਮਨੀ ਸਾਹਿਬ ਜੀ ਦੇ ਵਿੱਚ ਬਚਨ ਜਦੋਂ ਪੜ੍ਹਦੇ ਜੀ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਸ ਦੇ ਅੰਦਰ ਇਹ ਕਹਿੰਦੇ ਜਿਹੜਾ ਵੰਡ ਕੇ ਛਕਦਾ ਏ ਉਹਨੂੰ ਇੱਕ ਵਾਰ ਨਹੀਂ 3 ਵਾਰ ਧੰਨ ਕਿਹਾ ਏ। ਕਹਿੰਦੇ ਨੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਭਾਓ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਜਪੈ। ਆਪ ਵੀ ਜਪਦਾ ਹੈ ਤੇ ਸੰਸਾਰ ਨੂੰ ਵੀ ਜਪਾਉਂਦਾ ਹੈ, ਤੇ ਜਿਹੜਾ ਜਪਦਾ ਹੈ ਜਾਉਂਦਾ ਹੈ ਉਹਦੇ ਬਾਰੇ ਕਹਿੰਦੇ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮੈਂ ਉਹਦੀ ਕੁਰਬਾਨ ਜਾਨਾ। ਗੁਰੂ ਰਾਮਦਾਸ ਮਹਾਰਾਜ ਜੀ ਤੇ ਇੱਥੋਂ ਤੱਕ ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਵੰਡ ਕੇ ਛਕਣਾ, ਤੇ ਨਾਲ ਮੈਂ ਬੇਨਤੀ ਕਰ ਰਿਹਾ ਸੀ ਕਿ ਕਿਰਤ ਨੂੰ ਪਹਿਲੇ ਨੰਬਰ ਤੇ ਰੱਖਿਆ। ਤੇ ਇਤਿਹਾਸ ਵਿੱਚ ਵੀ ਸਾਖੀਆਂ ਮਿਲਦੀਆਂ, ਗੁਰਬਾਣੀ ਵਿੱਚ ਵੀ ਜਿੱਥੇ ਸਾਨੂੰ ਇਹ ਸਮਝਾਇਆ ਨਾ ਜੀ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੀ ਸੇ, ਉੱਥੇ ਇਤਿਹਾਸ ਵਿੱਚ ਵੀ ਦੱਸਿਆ ਹੈ ਕਿ ਵੰਡ ਕੇ ਛਕਣ ਵਾਲਾ ਜਿੱਥੇ ਸਿਧਾਂਤ ਹੈ ਉੱਥੇ ਕਿਰਤ ਦਾ ਸਿਧਾਂਤ ਪਹਿਲੇ ਨੰਬਰ ਤੇ ਰੱਖ ਕੇ ਕਿਹਾ ਹੈ ਕਿ ਗੁਰੂ ਘਰ ਵਿੱਚ ਕਿਰਤ ਤੇ ਕਰਤਾਰ ਦੋਨਾਂ ਦਾਤਾਂ ਨੂੰ ਹਿਰਦੇ ਵਿੱਚ ਵਸਾਉਣ ਵਾਲਾ ਪ੍ਰਵਾਨ ਹੈ। ਜਿਹੜਾ ਕੰਮ ਕਾਜ ਨਹੀਂ ਕਰਦਾ, ਦੂਜੇ ਸ਼ਬਦਾਂ ਵਿੱਚ ਵਿਹਲੜ ਕਹਿ ਰਹੀਏ, ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਹੈ। ਕਿਉਂਕਿ ਇਤਿਹਾਸਕ ਸਾਖੀਆਂ ਸਾਨੂੰ ਮਿਲਦੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਸਮੇਂ ਦੇ ਜਦੋਂ ਇਤਿਹਾਸ ਨੂੰ ਪੜ੍ਹਦੇ ਤੇ ਸਾਖੀ ਮਿਲਦੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬੈਠੇ ਨੇ ਆਸਣ ਦੇ ਉੱਪਰ, ਪਿਆਸ ਲੱਗੀ ਹੈ, ਤੇ ਪਿਆਸ ਜਦੋਂ ਲੱਗੀ ਤੇ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਗੁਰੂ ਕਾ ਸਿੱਖ ਆਵਾਜ਼ ਦਿੱਤੀ ਕਿ ਜਲ ਛਕਾਓ। ਕਹਿੰਦੇ ਉਸ ਵੇਲੇ ਕੋਈ ਨੇੜੇ ਹਜੂਰੀ ਸਿੱਖ ਨਹੀਂ ਸਨ। ਇੱਕ ਨੌਜਵਾਨ ਲੜਕਾ ਜਿਹੜਾ ਜਵਾਨੀ ਦੀ ਦਹਲੀਜ਼ ਤੇ ਜੇ ਪੈਰ ਰੱਖਦਾ, ਸਰੀਰ ਬੜਾ ਸੁੰਦਰ ਤੇ ਕੋਮਲ ਜਿਹਾ ਸਰੀਰ ਹੈ, ਉਹਨੇ ਜਦੋਂ ਆਵਾਜ਼ ਸੁਣੀ ਦੌੜ ਕੇ ਗਿਆ ਤੇ ਬਰਤਨ ਦੇ ਵਿੱਚ ਪਾਣੀ ਪਾ ਕੇ ਤੇ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਭੇਟਾ ਕਰ ਦਿੱਤਾ। ਗੁਰੂ ਸਾਹਿਬ ਜੀ ਜਦੋਂ ਪਾਣੀ ਵਾਲਾ ਉਹ ਬਰਤਨ ਫੜਿਆ ਤੇ ਨਾਲ ਹੀ ਉਸ ਲੜਕੇ ਦੇ ਹੱਥ ਦੇਖ ਕੇ ਕਹਿੰਦੇ, ਨੌਜਵਾਨ, ਇਹ ਬੱਚੇ ਤੇਰਾ ਸਰੀਰ ਬੜਾ ਕੋਮਲ ਹੈ, ਲੱਗਦਾ ਹੈ ਕਿ ਤੂੰ ਕਦੀ ਜ਼ਿੰਦਗੀ ਵਿੱਚ ਆਪਣੇ ਹੱਥੀਂ ਕੰਮ ਨਹੀਂ ਕੀਤਾ। ਤੇ ਬੜਾ ਖੁਸ਼ ਹੋ ਕੇ ਕਹਿਣ ਲੱਗਾ, ਹਾਂ ਮਹਾਰਾਜ, ਵਾਕਿਆ ਹੀ ਜੇ ਮੈਂ ਬੜੇ ਅਮੀਰ ਘਰ ਦੇ ਵਿੱਚ ਪੈਦਾ ਹੋਇਆ, ਸੱਚੀ ਗੱਲ ਹੈ, ਮੈਂ ਕਦੀ ਆਪ ਜਾ ਕੇ ਪਾਣੀ ਨਹੀਂ ਪੀਤਾ, ਮੈਂ ਵੀ ਇਦਾਂ ਹੀ ਆਵਾਜ਼ ਮਾਰਦਾ ਤੇ ਨੌਕਰ ਪਾਣੀ ਲੈ ਕੇ ਆ ਕੇ ਪਿਆਲਦੇ ਨੇ, ਮੈਂ ਕਦੀ ਆਪਣੇ ਹੱਥੀਂ ਕੰਮ ਨਹੀਂ ਕੀਤਾ। ਜੇ ਜ਼ਿੰਦਗੀ ਵਿੱਚ ਕਿਸੇ ਨੂੰ ਪਾਣੀ ਦੂਜੇ ਨੂੰ ਪਿਲਾਇਆ ਸਿਰਫ ਗੁਰੂ ਸਾਹਿਬ ਜੀ ਆਪ ਜੀ ਉਹ ਜਿਨ੍ਹਾਂ ਨੂੰ ਲਿਆ ਕੇ ਦਿੱਤਾ, ਮੈਂ ਕਦੀ ਕਿਸੇ ਦੀ ਸੇਵਾ ਨਹੀਂ ਇਹਨਾਂ ਹੱਥਾਂ ਨਾਲ ਕੀਤੀ, ਕਦੀ ਕੰਮ ਨਹੀਂ ਕੀਤਾ। ਤੇ ਗੁਰੂ ਸਾਹਿਬ ਜੀ ਨੇ ਉਹ ਪਾਣੀ, ਉਹ ਜਲ ਛਕਣ ਤੋਂ ਇਨਕਾਰ ਕਰ ਦਿੱਤਾ ਸੀ। ਕਹਿੰਦੇ ਜਿਹੜੇ ਹੱਥ ਸੰਗਤ ਦੀ ਲੁਕਾਈ ਦੀ ਸੇਵਾ ਵਿੱਚ ਨਹੀਂ ਹੈ,
ਉਹ ਸੇਵਾ, ਉਹ ਹੱਥ ਗੁਰੂ ਦੀ ਸੇਵਾ ਵਿੱਚ ਵੀ ਪ੍ਰਵਾਨ ਨਹੀਂ ਹੈ। ਤੇ ਮੈਂ ਬੇਨਤੀ ਕਰਾਂ, ਸਾਰੀ ਜਗ੍ਹਾ ਤੇ ਜਾ ਕੇ ਬੇਨਤੀ ਕਰੀਦੀ ਹੈ ਕਿ ਗੁਰੂ ਸਵਾਰਿਓ, ਜਿੱਥੇ ਸਤ ਸੰਗਤ ਦੇ ਵਿੱਚ ਅਸੀਂ ਆਉਣੇ ਨਾ, ਉੱਥੇ ਗੁਰੂ ਕੇ ਲੰਗਰਾਂ ਦੇ ਵਿੱਚ ਵੀ ਆਪਾਂ ਸੇਵਾ ਕਰਿਆ ਕਰੀਏ। ਕਿਉਂਕਿ ਜੇ ਕਹੀਏ ਕਿ ਗੁਰੂ ਕੇ ਲੰਗਰ ਵਿੱਚ ਸੇਵਾ ਨਾ ਕਰੀਏ ਤੇ ਆਹ ਇਤਿਹਾਸ ਸਾਹਮਣੇ ਹੈ। ਗੁਰੂ ਨੇ ਆਪਣੇ ਤੋਂ ਪਹਿਲਾਂ ਆਪਣੀ ਸਿੱਖ ਦਾ ਮੁੱਖ ਜਿਹੜਾ ਅੱਗੇ ਰੱਖਿਆ। ਆਪਾਂ ਤਾਂ ਹੀ ਤੇ ਕਹਿੰਦੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਤੇ ਇਤਿਹਾਸ ਵਿੱਚ ਸਾਖੀਆਂ ਮਿਲਦੀਆਂ ਨੇ ਕਿ ਜਿਵੇਂ ਇੱਕ ਸਿੱਖ ਗੁਰੂ ਸਾਹਿਬ ਜੀ ਵਾਸਤੇ ਸ਼ਹਿਦ ਲੈ ਕੇ ਆਇਆ ਸੰਗਤ ਦੇ ਵਿੱਚ, ਤੇ ਜਦੋਂ ਸਾਰਾ ਜਥਾ ਜਾ ਰਿਹਾ ਤੇ ਉਹਦੇ ਵਿੱਚ ਇੱਕ ਬਿਮਾਰ ਬੰਦਾ ਹੈ ਗੁਰੂ ਦਾ ਸਿੱਖ, ਉਹ ਦਵਾਈ ਖਾਣੀ, ਤੇ ਵੈਦ ਨੇ ਕਿਹਾ, ਡਾਕਟਰ ਨੇ ਕਿਹਾ ਇਹ ਦਵਾਈ ਸ਼ਹਿਦ ਦੇ ਨਾਲ ਖਾਣੀ ਹੈ। ਉਹਨੂੰ ਪਤਾ ਸੀ ਨਾਲ ਦਾ ਸਿੱਖ ਗੁਰੂ ਲਈ ਸ਼ਹਿਦ ਲੈ ਕੇ ਚੱਲਿਆ, ਨਿੱਕੀ ਮੱਖੀ ਦਾ ਸ਼ਹਿਦ ਹੈ। ਉਹਨੇ ਕਿਹਾ, ਪੁਰਖਾ ਥੋੜਾ ਜਿਹਾ ਸ਼ਹਿਦ ਮੈਨੂੰ ਦੇ ਦੇ, ਮੈਂ ਦਵਾਈ ਖਾਣੀ। ਡਾਕਟਰ ਨੇ, ਵੈਦ ਨੇ ਕਿਹਾ ਇਹ ਦਵਾਈ ਸ਼ਹਿਦ ਨਾ ਖਾਣੀ। ਕਹਿੰਦਾ ਨਾ ਜੀ ਨਾ, ਇਹ ਮੈਂ ਝੂਠਾ ਥੋੜੀ ਕਰਨਾ, ਇਹ ਤਾਂ ਜੇ ਤੈਨੂੰ ਨਹੀਂ ਦੇਣਾ, ਇਹ ਕੇਵਲ ਗੁਰੂ ਵਾਸਤੇ ਤੇ ਗੁਰੂ ਨੂੰ ਹੀ ਜਾ ਕੇ ਅਰਪਿਤ ਕਰਨਾ। ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਆਏ ਨਾ ਜੀ, ਗੁਰੂ ਸਾਹਿਬ ਜੀ ਨੇ ਸਾਰਿਆਂ ਦੀਆਂ ਦਾਤਾਂ ਪ੍ਰਵਾਨ ਕਰ ਲਈਆਂ। ਤੇ ਜਦੋਂ ਮੇਰੇ ਵਰਗਾ ਆਪ ਕਹਵੇ ਕਿ ਮੈਂ ਸ਼ਹਿਦ ਗੁਰੂ ਜੀ ਨੂੰ ਦਿਖਾਵਾਂ, ਭੇਟਾ ਕਰਾਂ, ਗੁਰੂ ਜੀ ਬੜੇ ਖੁਸ਼ ਹੋਣਗੇ। ਕਹਿੰਦੇ ਜਦੋਂ ਉਹ ਦਾਤ, ਉਹ ਸ਼ਹਿਦ ਲੈ ਕੇ ਜਾਵੇ, ਗੁਰੂ ਜੀ ਉਹਦੇ ਸ਼ਹਿਦ ਵੱਲ ਵੇਖਣ ਹੀ ਨਾ, ਉਹਦੇ ਵੱਲ ਵੇਖਣ ਹੀ ਨਾ, ਦੂਜਿਆਂ ਨਾਲ ਗੱਲਾਂ ਬਾਤਾਂ ਕਰੀ ਜਾਣ। ਥੋੜੀ ਦੇਰ ਵਿੱਚ ਪਰੇਸ਼ਾਨ ਹੋ ਗਿਆ ਕਿ ਗੱਲ ਕੀ। ਗੁਰੂ ਸਾਹਿਬ ਜੀ ਨੂੰ ਜਦੋਂ ਅੱਗੇ ਭੇਟਾ ਕਰੀਦੀ ਸੀ, ਆਪ ਆਵਾਜ਼ ਮਾਰ ਕੇ ਭੇਟਾ ਪ੍ਰਵਾਨ ਕਰਦੇ ਸਨ। ਅੱਜ ਮੈਂ ਅੱਗੇ ਅੱਗੇ ਉਹ ਸ਼ਹਿਦ ਰੱਖ ਰਿਹਾ ਗੁਰੂ ਜੀ ਲਈ, ਤੇ ਗੁਰੂ ਸਾਹਿਬ ਜੀ ਮੇਰੀ ਜਿਹੜੀ ਉਹ ਸੇਵਾ ਦੇ ਤੇ ਨਿਗਾਹ ਹੀ ਨਹੀਂ ਰੱਖਦੇ ਪਏ। ਫਿਰ ਜਦੋਂ ਥੋੜਾ ਸਮਾਂ ਬਤੀਤ ਹੋਇਆ, ਫਿਰ ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੇ ਵਾਸਤੇ ਸ਼ਹਿਦ ਲਿਆਂਦਾ, ਤੁਸੀਂ ਪ੍ਰਵਾਨ ਕਰ ਲਓ। ਪ੍ਰਵਾਨ ਨਹੀਂ ਕਰ ਰਹੇ। ਤੇ ਗੁਰੂ ਸਾਹਿਬ ਜੀ ਕਹਿੰਦੇ, ਪ੍ਰਵਾਨ ਕਿਵੇਂ ਕਰੀਏ? ਜਦੋਂ ਮੰਗਿਆ ਸੀ ਉਦੋਂ ਤੇ ਤੂੰ ਦਿੱਤਾ ਨਹੀਂ, ਤੇ ਹੁਣ ਮੈਨੂੰ ਸ਼ਹਿਦ ਤੇਰੇ ਦੀ ਲੋੜ ਨਹੀਂ, ਹੁਣ ਮੈਂ ਕੀ ਕਰਾਂ? ਮਹਾਰਾਜ ਆਪ ਜੀ ਨੇ ਸ਼ਹਿਦ ਮੰਗਿਆ ਹੋਵੇ ਤੇ ਮੈਂ ਨਾ ਦਵਾਂ? ਆਪ ਜੀ ਨੇ ਸ਼ਹਿਦ ਮੰਗਿਆ ਹੀ ਨਹੀਂ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਯਾਦ ਕਰ ਰਸਤੇ ਦੇ ਵਿੱਚ ਫਲਾਣਾ ਫਲਾਣਾ ਸਿੱਖ ਜਦੋਂ ਬਿਮਾਰ ਸੀ ਨਾ, ਉਹਨੇ ਤੇਰੇ ਕੋਲ ਥੋੜਾ ਜਿਹਾ ਸ਼ਹਿਦ ਮੰਗਿਆ ਸੀ, ਤੇ ਜੇ ਕਿਤੇ ਤੂੰ ਉਦੋਂ ਸ਼ਹਿਦ ਉਹਨੂੰ ਦੇ ਦੇਨੂੰ ਤਾਂ ਉਹ ਮੈਨੂੰ ਪ੍ਰਵਾਨ ਹੋ ਜਾਣਾ ਸੀ। ਕਿਉਂਕਿ ਗੁਰੂ ਆਪਣੇ ਸਿੱਖਾਂ ਨੂੰ ਅੱਗੇ ਰੱਖਦੇ ਨੇ ਦਾਤਾਂ ਦੇਣ ਤੇ ਵੰਡਣ ਦੇ ਵਿੱਚ, ਮਾਣ ਦੇਣ ਦੇ ਵਿੱਚ। ਇਹਦੇ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਦੀ ਸੇਵਾ, ਜਿਹੜੀ ਸਿੱਖਾਂ ਦੀ ਸੇਵਾ, ਸੰਗਤ ਦੀ ਸੇਵਾ ਆਪਾਂ ਕਰਾਂਗੇ, ਉਹੀ ਸੇਵਾ ਗੁਰੂ ਦੇ ਦਰ ਤੇ ਪ੍ਰਵਾਨ ਹੋਣੀ ਹੈ। ਇਸ ਕਰਕੇ ਥੋੜੇ ਤੋਂ ਥੋੜਾ, ਬਹੁਤੇ ਤੋਂ ਬਹੁਤਾ ਜਦੋਂ ਲੰਗਰ ਸਜਾਉਂਦੇ ਜੇ, ਹਿੱਸਾ ਜ਼ਰੂਰ ਪਾਇਆ ਕਰੋ। ਚਾਹੇ ਲੰਗਰ ਪਕਾਉਣ ਦੇ ਵਿੱਚ, ਸਬਜ਼ੀਆਂ ਕੱਟਣ ਦੇ ਵਿੱਚ, ਜਾਂ ਇਸ ਤਰ੍ਹਾਂ ਦੇ ਲੰਗਰ ਸਜਾਉਣ ਦੇ ਕਿੰਨੇ ਪ੍ਰਕਾਰ ਦੀ ਸੇਵਾ ਹੈ, ਉਹਦੇ ਵਿੱਚ ਸੇਵਾ ਜਿਹੜੀ ਜ਼ਰੂਰ ਕਰਿਆ ਕਰੋ। ਕਿਉਂਕਿ ਮਨ ਵਿੱਚ ਇਹ ਗੱਲ ਆ ਜਾਵੇ, ਮੈਂ ਕੀਮਤੀ ਵਸਤਰ ਪਹਿਨੇ ਨੇ, ਮੇਰੇ ਇਸ ਤਰ੍ਹਾਂ ਦਾ ਜਿਹੜਾ ਤਿਆਰੀ ਹੈ, ਉਹ ਲੰਗਰ ਦੇ ਵਿੱਚ ਦਾਲ ਸਬਜ਼ੀ ਲੱਗ ਸਕਦੀ, ਕੱਪੜੇ ਖਰਾਬ ਹੋ ਸਕਦੇ, ਇਹੋ ਜਿਹਾ ਕਦੀ ਨਹੀਂ ਸੋਚਣਾ। ਜਿੰਨਾ ਸੇਵਾ ਦੇ ਵਿੱਚ ਰੰਗਿਆ ਜਾਵੇਗਾ, ਮਹਾਰਾਜ ਉਨਾ ਹੀ ਨੇੜੇ ਹੋ ਕੇ, ਉਨਾ ਹੀ ਉਹ ਰੀਝਦੇ ਨੇ। ਕਿਉਂਕਿ ਗੁਰੂ ਘਰ ਦੇ ਵਿੱਚ ਸੇਵਾ ਵਾਲੇ ਨੂੰ ਪਹਿਲ ਦਿੱਤੀ ਜਾਂਦੀ, ਦਾਅਵੇ ਵਾਲੇ ਨੂੰ ਨਹੀਂ। ਤੇ ਜਿਸ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਅਕਤੂਬਰ ਦੇ ਵਿੱਚ ਅਸੀਂ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ, ਉਹਨਾਂ ਦੇ ਜੀਵਨ ਵਿੱਚੋਂ ਵੀ ਸਾਨੂੰ ਇਹੀ ਝਲਕਾਰੇ ਮਿਲਦੇ ਨਾ। ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦਾ ਜਨਮ 1534 ਈਸਵੀ ਨੂੰ ਲਾਹੌਰ ਦੀ ਧਰਤੀ ਤੇ ਬਾਬਾ ਹਰਦਾਸ ਜੀ ਦੇ ਘਰ ਵਿੱਚ ਹੋਇਆ ਸੀ। ਅਜੇ ਕੁਝ ਕੁ ਸਾਲਾਂ ਦੇ ਨੇ ਤੇ ਮਾਤਾ ਜੀ ਚੜ੍ਹਾਈ ਕਰ ਗਏ। 7 ਸਾਲ ਦੀ ਉਮਰ ਹੋਈ, ਪਿਤਾ ਜੀ ਵੀ ਚੜ੍ਹਾਈ ਕਰ ਗਏ। ਤੇ ਜਿਹੜੇ ਆਸ-ਪਾਸ ਦੇ ਸ਼ਰੀਕੇ ਦੇ ਲੋਕ ਸਨ ਜੀ, ਸਾਰਿਆਂ ਨੇ ਕੰਡ ਕਰ ਲਈ, ਦੂਰੀ ਬਣਾ ਲਈ, ਕਿਉਂਕਿ ਉਹਨਾਂ ਦੇ ਵੱਸ ਦੀ ਗੱਲ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਚਨ ਨੇ, ਕਹਿੰਦੇ ਕਿ ਜਦੋਂ ਬੰਦੇ ਦੇ ਕੋਲ ਸੁੱਖ ਨੇ ਤੇ ਦੂਰ ਦੇ ਰਿਸ਼ਤੇਦਾਰ ਵੀ ਜਿਹੜੇ ਉਹ ਨੇੜੇ ਦੇ ਬਣ ਜਾਂਦੇ ਨੇ, ਤੇ ਜਦੋਂ ਬੰਦੇ ਦੇ ਕੋਲ ਕੋਈ ਸੁੱਖ ਸਹੂਲਤਾਂ ਖੁੱਸ ਜਾਣ ਤੇ ਨੇੜੇ ਵਾਲੇ ਵੀ ਦੂਰ ਦੇ ਰਿਸ਼ਤੇਦਾਰ ਬਣ ਜਾਂਦੇ ਨੇ। ਗੁਰੂ ਸਾਹਿਬ ਜੀ ਨੇ ਸਮਝਾਇਆ, ਜਾਕੋ ਮੁਸ਼ਕਲ ਅਤ ਬਣੇ,
ਢੋਈ ਕੋਈ ਨਾ ਦੇ लागू होए दुश्मना, साक पे भज खले, सबो भजे आसरा, चुकै सब असराओ, चित आवे उस पार ब्रह्म, लगे ना तत्ती वाओ। ते एक ते शायर ने बड़ा सुंदर लिखिया है, कहंदा विच सुखां दे सारी दुनिया, नेड़े टुक टुक बहिंदी, परखे जान सजन उस वेले जद बाजी पुठी पैंदी। क्योंकि दुनिया दे विच जिन्नी वड्डी छतड़ी माया दे सुखां दी है, उन्ने ही लोग तुहाडी छतड़ी दी छां दे थल्ला आके बैठणगे। इदां ही होया जी, भाई जेठा जी इन्हां दा पहला नाम है। जदों शरीके बरादरी ने थोड़ी दूरी बना लई ते अमृतसर साहब दे शहर दे पास गुरुद्वारा शहाटा साहब तो तकरीबन 4-5 किलोमीटर दी दूरी ते इन्हां दा नानका नगर है, पिंड बासर के गिल, जिथे धन गुरु अमरदास महाराज जी का प्रकाश होया। इस पिंड विच नानका परिवार है ते नानके परिवार दे विचों भी केवल एक बजुर्ग नानी है। वो नानी जी जदों लैके आए ने बासर के पिंड विखे ते इन्हां दी फिर नेड़ता हुई जी बाबा अमरदास जी दे नाल, जो तीजे गुरु अमरदास जी बनते हैं। ते गुरु अमरदास जी जदों बाबा अमरदास जी के रूप विच धन गुरु अंगद साहब जी की शरण विच गए ने ना, उत्थे सेवा की। मैं वही बेनती करे कि जिन्नी सेवा संगत की करांगे, समाज की लोकाई की करांगे, उन्नी गुरु दे नाल नेड़ता बनदी जी। हुण बाबा अमरदास जी उन्होंने जदों सेवा की, गुरु घर विच प्रवान हो गए, ते भाई जेठा जी भी फिर इन्हां दे राही गुरु घर विच गए ने। हुण जिस 7 साल की उम्र विच लोग भाई जेठे नूं यतीम कहण लग पए सन, ते गुरु सवारे यतीम बच्चा, लवारस बच्चा जो हुंदा ना जी, उन्होंने समाज जिहड़ा 2 रस्ते उहदे अगे जिंदगी जीउण दे छड्डदा है। जां ते वो बच्चा भीख मंगण लग पवे, जां वो बच्चा चोरियां कर लग पवे। लेकिन भाई जेठा जी ने दोनों ही रस्ते त्याग के जिथे घूंगणियां वेचण दी किरत कीती, उत्थे सेवा कीती। गोइंदवाल साहब की धरती ते आके दिन रात सेवा कीती है। इन्नी सेवा कीती कि गुरु साहब जी ने वेखो ओदी सेवा नूं प्रवान करदियां केवल अपना सिख ही नहीं बनाया, फिर उन्होंने सेवा तो खुश होके अपनी बेटी बीबी भानी जी का रिश्ता भी उन्हां नाल कर दिता। फिर केवल दमाद नहीं बनाया, सेवा जदों प्रवान हुई ते उन्होंने चौथे नानक की गद्दी दे वारस बना के गुरु रामदास साहब जी बना दिता। ते मैं बेनती कर रहा कि सेवा दे विचों वेखो कितना कुछ लभा। ते गुरु रामदास महाराज जी नूं जदों आपां बेनती करदे ना जी कि गुरु रामदास महाराज जी आप जी दे उपर इन्नी रहमत बख्शिश हुई है, ते गुरु रामदास साहब जी कहंदे मेरा कुछ नहीं इहदे विच, क्योंकि इस दुनिया दे विच कहंदे आम लोकां दे लवारस बच्चियां दे वांग मैं भी लवारसां वाली जिंदगी जां चोरियां विच जां भीख मंग के कढ लैणी सी, पर गुरु नानक साहब जी दा घर जिन्हां ने मैनू नवाज के ते केवल एक सिख ही नहीं, एक सिखां दी सेवा की संभाल की जिम्मेवारी गद्दी के रूप में दे दी है। ते गुरु साहब जी ने सानू ये समझाया, गुरु रामदास महाराज जी समझाते कहते कि ये सारा कुछ गुरु करके होया। गुरु की सेवा विच मैं गया ते मैनू ये सारा कुछ मिल गया। सो मैं बेनती कर रहा सी कि गुरु साहब जी जो सानू समझाउंदे ने उहदे विच किरत जिहड़ी वो एक पहले नंबर ते रखी है। ते गुरु गोबिंद सिंह जी महाराज जी ने ये गल कही सी, कहंदे ने कि जिहड़े सिख नौजवान हथ सेवा दे विच नहीं लगे, ये हथ गुरु दे दर ते प्रवान नहीं, मैं तेरे कोलों पानी नहीं पी सकदा। भाव के बेलड़ नूं कोई थां नहीं। ते गुरु नानक साहब जी जदों जोगियां दे कोल वख-वख जिवें सुमेर पर्वत, नानक बते दी धरती जां अचल बटाले दी धरती जिथे भी गए ने ते जोगियां नूं भी यही समझाया हथी किरत करिया करो। जदों जोगियां ने
ਭਾਈ ਗੁਰਦਾਸ ਜੀ ਦੇ ਬਚਨਾਂ ਵਾਰ ਦੇ ਵਿੱਚ ਜੋ ਨੇ, ਅਚਲ ਬਟਾਲੇ ਦੀ ਧਰਤੀ ਤੇ ਸ਼ਿਵਰਾਤਰੀ ਦੇ ਮੇਲੇ ਤੇ ਜਦੋਂ ਟਾਕਰਾ ਹੋਇਆ ਜੋਗੀਆਂ ਦੇ ਨਾਲ, ਤੇ ਜੋਗੀਆਂ ਨੇ, ਕਿਉਂਕਿ ਜਦੋਂ ਨਾਨਕ ਮਤੇ ਮਿਲੇ ਨੇ ਉਦੋਂ ਗੁਰੂ ਸਾਹਿਬ ਜੀ ਦੇ ਬਸਤਰ ਹੋਰ ਸਨ, ਜਦੋਂ ਸ਼ਮੇਰ ਪਰਬਤ ਤੇ ਗਏ ਨੇ ਉਦੋਂ ਧਾਰਮਿਕ ਪਹਿਰਾਵਾ ਹੋਰ ਸੀ, ਤੇ ਜਦੋਂ ਅਚਲ ਬਟਾਲੇ ਦੀ ਧਰਤੀ ਤੇ ਗਏ ਨੇ ਉਦੋਂ ਗ੍ਰਸਤੀਆਂ ਵਾਲਾ ਲਿਬਾਸ ਸੀ। ਤੇ ਜੋਗੀਆਂ ਨੇ ਉਸ ਵੇਲੇ ਇੱਕ ਉਲਾਮਾ ਜਿਹਾ ਦੇ ਕੇ ਘਿਰਣਾ ਕੀਤੀ ਸੀ ਗੁਰੂ ਜੀ ਦੇ ਜੀਵਨ ਤੋਂ। ਉਹ ਕਹਿੰਦੇ ਨੇ, ਭੇਖ ਉਤਾਰ ਉਦਾਸ ਦਾ ਵੱਤ ਕਿਉ ਸੰਸਾਰੀ ਰੀਤ ਚਲਾਈ। ਉਹ ਕਹਿੰਦੇ ਤੁਸੀਂ ਤੇ ਇਸ ਤਰ੍ਹਾਂ ਕਰ ਦਿੱਤਾ ਜੀ ਜਿਵੇਂ ਦੁੱਧ ਦੇ ਵਿੱਚ ਖਟਿਆਈ ਪਾ ਦਈਏ, ਦੁੱਧ ਫੁੱਟ ਜਾਂਦਾ ਏ। ਕਹਿੰਦੇ ਦੁੱਧ ਰੂਪ ਭੇਖ ਦੇ ਵਿੱਚ ਗ੍ਰਸਤੀ ਦੀ ਕਾਂਜੀ ਦੀ ਖਟਿਆਈ ਪਾ ਦਿੱਤੀ ਹੈ ਤੁਸੀਂ। ਭਾਵ ਕਿ ਗ੍ਰਸਤੀ ਨੂੰ ਮਾੜਾ ਗਿਣਦੇ ਸੀ, ਕੰਮ ਕਾਜ ਨੂੰ ਮਾੜਾ ਗਿਣਦੇ ਸੀ ਉਹ ਜੋਗੀ, ਸਿੱਧ ਜੋਗੀ। ਤੇ ਗੁਰੂ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਤੁਸੀਂ ਕਹਿੰਦੇ ਹੋ ਗ੍ਰਸਤ ਮਾੜਾ ਏ, ਗ੍ਰਸਤੀ ਮਾੜੇ ਨੇ, ਕੰਮ ਕਾਜ ਕਰਨ ਵਾਲੇ ਕਿਰਤ ਵਾਲੇ ਮਾੜੇ ਨੇ। ਤੇ ਫਿਰ ਕਹਿੰਦੇ ਫਿਰ ਉਹਨੂੰ ਕੇ ਘਰ ਮੰਗਣ ਜਾਈ। ਕਹਿੰਦੇ ਜਦੋਂ ਤੁਸੀਂ ਰੋਟੀ ਪਾਣੀ ਦੀ ਲੋੜ ਹੁੰਦੀ, ਕੱਪੜੇ ਦੀ ਲੋੜ ਹੁੰਦੀ, ਦਵਾਈ ਬੂਟੀ ਦੀ ਲੋੜ ਹੁੰਦੀ, ਫਿਰ ਗ੍ਰਸਤੀਆਂ ਦੇ ਘਰੋਂ ਮੰਗਦੇ ਕਿਉਂ ਜੇ ਗ੍ਰਸਤੀ ਇੰਨੀ ਮਾੜੇ ਦੀ। ਗੁਰੂ ਸਾਹਿਬ ਜੀ ਨੇ ਉੱਥੇ ਵੀ ਕਿਹਾ ਸੀ ਕਿਰਤ ਕਰਨੀ, ਪਰ ਕਿਰਤ ਜਿਹੜੀ ਸੀ ਉਹ ਸੱਚੀ ਹੋਣੀ ਚਾਹੀਦੀ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਜਿਹੜੇ ਕੰਮ ਦੇ ਵਿੱਚ ਖੁੱਭ ਕੇ ਪਰਮਾਤਮਾ ਦਾ ਨਾਮ ਭੁੱਲ ਗਏ, ਗੁਰੂ ਜੀ ਨੇ ਉਹਨਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ। ਹੁਣ ਪਟਨਾ ਸਾਹਿਬ ਦੀ ਧਰਤੀ ਤੇ ਜਦੋਂ ਸਾਲਸਰਾਏ ਜੌਹਰੀ ਦੀ ਸਾਖੀ ਪੜ੍ਹਦੇ ਆ ਨੇ ਜੀ, ਉੱਥੇ ਗੁਰੂ ਸਾਹਿਬ ਜੀ ਨੇ ਇਹੀ ਗੱਲ ਕਹੀ ਸੀ। ਜਦੋਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ, ਕੋਈ ਕਹਿੰਦੇ ਕਿ ਲਾਲ ਦੇ ਕੇ ਭੇਜਿਆ ਸੀ, ਕੀਮਤੀ ਵਸਤੂ ਦੇ ਕੇ ਉਹ ਭੇਜੀ ਸੀ ਕਿ ਇਹਦਾ ਮੁੱਲ ਪਵਾ ਕੇ ਲਿਆਉਣਾ। ਮਠਿਆਈ ਦੀ ਦੁਕਾਨ ਵਾਲੇ ਨੇ ਕਿਹਾ ਏ, ਕਹਿੰਦਾ ਇਹਦੇ ਮੁਕਾਬਲੇ ਮੈਂ 2 ਕਿਲੋ ਬਰਫੀ ਦੇ ਦੇਣਾ ਹੈ। ਕੱਪੜੇ ਵਾਲੇ ਕੋ ਗਿਆ, ਕਹਿੰਦਾ ਇਹਦੇ ਮੁਕਾਬਲੇ ਦਾ ਮੁੱਲ ਮੈਂ 2 ਗਜ ਕੱਪੜਾ ਦੇ ਦੇਣਾ ਹੈ। ਘੁੰਮਦਿਆਂ ਘਮਾਉਂਦਿਆਂ ਗੁਰੂ ਜੀ ਨੇ ਕਿਹਾ ਵੇਚਣਾ ਨਹੀਂ, ਇਹਦਾ ਮੁੱਲ ਪਵਾ ਕੇ ਲਿਆਉਣਾ। ਤੇ ਜਦੋਂ ਸਾਲਸਰਾਏ ਜੌਹਰੀ ਦੇ ਕੋਲ ਗਏ ਸੀ ਨਾ ਜੀ, ਤੇ ਉਹਨੇ ਫਿਰ ਦੇਖਿਆ ਕਿ ਇਹ ਤਾਂ ਬੜੀ ਕੀਮਤੀ ਵਸਤੂ ਹੈ, ਕਿਉਂਕਿ ਉਹ ਵਪਾਰ ਕਰਦਾ ਸੀ ਨੇ ਹੀਰਿਆਂ ਮੋਤੀਆਂ ਲਾਲਾਂ ਦਾ, ਪਾਰਸਾਂ ਦਾ। ਫਿਰ ਉਦੋਂ ਕਿਹਾ ਭਾਈ ਮਰਦਾਨਾ ਜੀ ਨੇ, ਕਹਿੰਦੇ ਕਿ ਤੂੰ ਸਿਆਣਾ ਵਪਾਰੀ ਜਾਪਦਾ ਹੈ, ਤੈਨੂੰ ਇਹਦੀ ਕੀਮਤ ਦਾ ਪਤਾ, ਕਿੰਨੀ ਕੀਮਤ ਪਾਉਣਾ ਹੈ। ਕਹਿੰਦੇ ਉਹ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਇਹਦੀ ਕੀਮਤ ਮੈਂ ਨਹੀਂ ਪਾ ਸਕਦਾ, ਬੜੀ ਵੱਡੀ ਕੀਮਤ ਵਾਲਾ ਹੈ। 100 ਰੁਪਈਆ ਉਹਨਾਂ ਦਿਨਾਂ ਵਿੱਚ ਕੱਢਿਆ। ਜਦੋਂ 20 ਰੁਪਏ ਦੀ ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਲਗਾ ਦਿੱਤੇ ਸਨ, ਉਦੋਂ 100 ਰੁਪਈਆ ਕੱਢਿਆ ਉਸ ਸਾਲਸਰਾਏ ਜੌਹਰੀ ਨੇ। ਕੱਢ ਕੇ ਤੇ ਅੱਗੇ ਰੱਖ ਕੇ ਕਹਿੰਦਾ ਭਾਈ ਮਰਦਾਨਾ ਜੀ, ਕਹਿੰਦੇ 100 ਰੁਪਈਆ ਕੀਮਤ। ਕਹਿੰਦਾ ਕੀਮਤ ਨਹੀਂ, ਇਹ ਤੇ ਇਹਦੀ ਦਰਸ਼ਨ ਭੇਟਾ ਹੈ, ਤੁਸੀਂ ਮੈਨੂੰ ਦਰਸ਼ਨ ਕਰਾਏ, ਇਹ ਮਿਲਦਾ ਕਿੱਥੇ ਹੈ। ਹੁਣ ਜਦੋਂ ਵਾਪਸ ਭਾਈ ਮਰਦਾਨਾ ਜੀ ਆਏ ਨੇ, ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਕੀਮਤ ਕੀ ਪਈ ਇਹਦੀ, ਉਹਨਾਂ ਸਾਰੀਆਂ ਦੁਕਾਨਾਂ ਦਾ ਦੱਸਿਆ। ਫਿਰ ਕਹਿੰਦੇ ਜੀ ਇੱਕ ਵਪਾਰੀ ਸੀ, ਉਹਨੂੰ ਇਹਦੀ ਕੀਮਤ ਦਾ ਪਤਾ ਸੀ, ਉਹਨੇ 100 ਰੁਪਈਆ ਕੇਵਲ ਦਰਸ਼ਨ ਭੇਟਾ ਹੀ ਦਿੱਤੀ ਹੈ। ਅਜੇ ਗੱਲਾਂ ਕਰ ਹੀ ਰਹੇ ਸਨ, ਸਾਲਸਰਾਏ ਜੌਹਰੀ ਜੀ ਆ ਗਏ। ਤੇ ਗੁਰੂ ਸਾਹਿਬ ਜੀ ਕਹਿੰਦੇ ਸਾਲਸਰਾਏ ਨੂੰ, ਕਹਿੰਦੇ ਜੌਹਰੀ ਜੀ ਤੈਨੂੰ ਕਿਵੇਂ ਪਤਾ ਲੱਗਾ? ਕਹਿੰਦਾ ਜੀ ਮੈਂ ਇਹਦਾ ਵਪਾਰੀ ਹਾਂ, ਮੈਨੂੰ ਪੱਥਰਾਂ ਦਾ ਤੇ ਇਹਦੀ ਕੀਮਤ ਦਾ ਪਤਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਕੇਵਲ ਸਾਲਸਰਾਏ ਦੁਨੀਆ ਵਿੱਚ ਪੱਥਰ ਹੀ ਪਰਖਦਾ ਰਵੇਗਾ ਕਿ ਆ ਸਰੀਰ ਪੱਥਰ ਵਿੱਚ ਪਿਆ ਹੋਇਆ ਆਤਮਾ ਰੂਪੀ ਲਾਲ, ਇਹਦੀ ਵੀ ਪਹਿਚਾਣ, ਇਹਦੀ ਵੀ ਕੀਮਤ ਕਰੇਗਾ, ਪਾਵੇਗਾ। ਮਹਾਰਾਜ ਮੈਨੂੰ ਪਤਾ ਨਹੀਂ ਇਹਦੀ ਕੀਮਤ ਕੀ ਹੈ। ਤੇ ਗੁਰੂ ਸਾਹਿਬ ਜੀ ਨੂੰ ਉਸ ਵੇਲੇ ਕਿਹਾ ਸੀ ਇਹਦੀ ਕੀਮਤ ਤਾਂ ਪੈਂਦੀ ਹੈ ਜੇ ਪਰਮਾਤਮਾ ਦੇ ਸਾਲਸਦ ਉਸ ਜੌਹਰੀ ਦੇ ਨਾਲ ਪਰਮਾਤਮਾ ਵਪਾਰੀ ਦੇ ਨਾਮ ਦੇ ਗੁਣਾਂ ਦਾ ਵਪਾਰ ਕਰੀਏ, ਉਦੋਂ ਇਹ ਆਤਮਾ ਦੀ ਕੀਮਤ ਪੈਂਦੀ। ਨਹੀਂ ਤੇ ਕੌਡੀਆਂ ਮੁੱਲ ਹੋ ਕੇ ਚਲੇ ਜਾਂਦੀ, ਜਿਵੇਂ ਪੱਥਰ ਛੱਡ ਕੇ ਤੁਸੀਂ ਤੁਰ ਜਾਂਦੇ ਜੇ, ਇਸੇ ਤਰ੍ਹਾਂ ਇਹ ਵੀ ਹੈ। ਤੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀਆਂ ਦੇ ਆਸਾ ਜੀ ਦੀ ਵਾਰ ਦੇ ਅੰਦਰ ਤੀਜੇ ਸ਼ਲੋਕ ਅੰਦਰ ਵੀ ਅਸੀਂ ਪੜ੍ਹਦੇ ਨਾ ਜੀ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਆਤਮਾ ਸਾਡੀ ਇਦਾਂ ਜਿਵੇਂ ਤਿਲਾਂ ਦੀ ਖੇਤੀ ਦੇ ਵਿੱਚ ਜਿਹੜੇ ਤਿਲਾਂ ਦੀਆਂ ਡੋਡੀਆਂ ਪੌਦਿਆਂ ਨੂੰ ਲੱਗਦੀਆਂ, ਤਿਲ ਬੀਜ ਪੈਂਦੇ, ਕਿਸਾਨ ਨੂੰ ਕੱਟ ਕੇ ਲੈ ਜਾਂਦਾ ਏ, ਤੇ ਜਿੰਨਾ ਬੂਟਿਆਂ ਨਾਲ ਉਹ ਡੋਡੀਆਂ ਲੱਗਦੀਆਂ ਉਹਨਾਂ 'ਚ ਬੀਜ ਨਹੀਂ ਪੈਂਦੇ, ਬੀਜ ਸੜ ਕੇ ਸਵਾਹ ਹੋ ਜਾਂਦੇ, ਕਿਸਾਨ ਉਹਨੂੰ ਛੱਡ ਕੇ ਚਲਿਆ ਜਾਂਦਾ ਏ, ਉਹਦਾ ਮਾਲਕ ਨਹੀਂ ਬਣਦਾ, ਉਹਦਾ 100 ਮਾਲਕ ਬਣ ਜਾਂਦਾ। ਭਾਵੇਂ ਕੋਈ ਚੁੱਕ ਕੇ ਬਾਲਣ ਵਾਲਾ ਲੈ ਜਾਵੇ, ਕੋਈ ਹੋਰ ਵਰਤੋਂ ਵਾਲਾ ਲੈ ਜਾਵੇ, ਕਿਸਾਨ ਉਹਨੂੰ ਨਹੀਂ ਸਾਂਭਦਾ। ਤੇ ਗੁਰੂ
जी ने उदाहरण दी, नानक गुरु ना चेतनी मन अपने सुचेत, छुट्टै तिल बुवाड़ ज्यों सुइयां अंदर खेत। बुवाड़ दा भाव बेकार हुई दी, खेतै अंदर सुट्या कहु नानक सौ नाह। फलिए फुलिए बपुड़े भी तन विच सुआ। ते गुरु साहब जी ने जेड़ा परमात्मा दे नाम नूं भुल के केवल दुनिया दे धंधिਆਂ विच लग गया, किरत नूं धंधा बना लिया, गुरु जी ने उन्होंने परवान नहीं किया। मैं आखिरी घटना कह के फिर फतेह बुलावा। दूजी साखी आउंदी है जी भाई लालो जी की, एमनाबाद की धरती ते, जदों जिथे भाई लालो जी ते मलक भागो जी की किरत का निस्तारा किया, उत्थे भी जदों गुरु नानक साहब जी गए ना, भाई मरदाना जी ते गुरु नानक साहब जी, इतिहास कहता भाई लालो जी लकड़ी के किले घटते पे सन, तिखे जिन्हां नाल पशु बंदे जमीन में ठोक के किलिया ते भाई लालो जी नूं गुरु साहब जी ने कहा, कहते भाई लालो की करदा पिया है? कहता महाराज मैं किले घटदा पिया तेसे दे नाल। कहते सारी उम्र किले ही घटदा रवेंगा कि कदी मन नूं भी घड़ेगा, मन नूं भी तिखा करेंगा? कहता महाराज इस तेसे दे औजार दे नाल इस लकड़ी का किला तिखा किया जा सकता है, जे मन नूं तिखा करना होवे ते किवें हो सकता है? ते गुरु नानक साहब जी मुस्कुरा के कहते भाई लालो यही ते तैनूं दस्सण वास्ते आए हैं, आ बैठ उस मालक दा आराधन करिए, जिवें जिवें उहदा सिमरन करांगे साडे मन दा किला जिहड़ा हुशियारपुर तिखा हुंदा जावेगा, वकारां दी मैल इहदे तों लथदी जावेगी, नकार आउंदा जावेगा। ते कवि ने वो बड़ी वार्तालाप बड़ी सुंदर लाइनां विच लिखी है। गुरु नानक साहब जी जो भाई लालो जी नूं कहंदे ने, कवि दे बोल ने कि गुरु जी कहंदे कद तक घड़ेगा कार तूं, आ मन नूं घड़ना दसीए, सुर नर बड़ी जिस जित लए, तिस नाल लड़ना दसीए, एक बिखम घाटी प्रीत दी, आ इसते चढ़ना दसीए, आ बह के कोई नवा नगमा गाइए, गा के रिझा के कंठ स्यों चल पिया अपना पाइए। कहते आ जिस मन नूं ऋषियां मुनियां दे मन नूं वकारां ने लुट लिया ना, आ इन्हां वकारां तो मन किवें जित जागदा है, वो परमात्मा की कीर्ति दे बारे तैनूं दस। सो गुरु सवारियो वो किहदे नाल मन जित्तिया जाना जी? परमात्मा दे नाम दे नाल। ते जिन्हां ने परमात्मा दे नाम दे नाल मन नूं जोड़ लिया, उन्हां संसार नूं जित लिया। मेरे गुरु नानक साहब जी फरमान करदे, मन जीता जग जीत। सो इस करके जो शब्द असीं सुन रहे सी कि सबना का माँ प्यो आप है आपे सार करे, वो मालक नूं जिवें असीं लोड़ पैण ते माता पिता नूं याद करदे हैं, जिवें लोड़ पैण ते माता पिता अपने बच्चिआं नूं याद करदे ने, जिवें मुश्किल आउण ते भरा भरा नूं याद करदा है, जिवें लोड़ पैण ते पति पत्नी नूं याद करदा, पत्नी पति नूं याद करदी। कहंदे इन्हां तों उपर उठ के आ उस मालक नूं भी माता पिता दे वांग भैण भरावां दे वांग याद करिए। सो गुरु साहब जी किरपा करन, जो माता पिता दे भरावां दे रूप विच परमात्मा नूं याद करदे ने, जो परमात्मा की वडियाई करते हैं, सच के मार्ग ते चलते हैं, ते 12 माह बाणी के अंदर समझाया, सच्चा मार्ग चलदियां उस्तत करे जहान, संसार फिर उन्होंने सलाहना करता है, उन्होंने नां दे विच जिहड़ा जुग शोभा होए उन्होंने ही याद किया जाता है, जिन्हां विच भगत साहबान गुरु के सिखां ने किरत कमाई, नाम जप के जीवन नूं सफलिया कीता। सो गुरु साहब जी किरपा करन, असी भी इस दुनिया विच किते साडे भी काम अवर काज तेरे किते ना काम ये ना गल बने, सगों काल खाए किश हथों दे नानक राह पछाणी से, इस मार्ग ते चल के अपने जीवन नूं सफलिया करिए जी। भुल चुक दी खिमा जी, विचार करदियां बाणी दे उच्चारण करदियां गुरु इतिहास की सांझ पाउंदियां एक नहीं अनेकां भुलां गलतियां हो गईयां होणगीयां। गुरु साहब गुरु की संगत बख्शनहार है, बख्श लेना जी। बहुत बहुत धन्नवाद इत्थों दे समुचे ही स्टाफ दा, इत्थों की समुची ही गुरुद्वारा साहब जी की प्रबंधक कमेटी का, आप रब वर्गियां संगतां दा
ਜਿਨ੍ਹਾਂ ਨੇ ਗੁਰਮਤਿ ਵਿਚਾਰਾਂ ਦਾ ਸਮਾਂ ਦੇ ਕੇ ਨਵਾਜਿਆ। ਉੱਥੇ ਹੀ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਰਬੱਤ ਸੰਗਤਾਂ ਵੱਲੋਂ ਬਖਸ਼ੀਆਂ ਗੁਰੂ ਦੀਆਂ ਕਿਰਤ ਕਮਾਈਆਂ ਵਿੱਚੋਂ ਸਤਕਾਰ ਦੇ ਰੂਪ ਵਿੱਚ, ਮਾਇਆ ਦੇ ਰੂਪ ਵਿੱਚ ਸਤਕਾਰ, ਸਿਰਪਾਓ ਦੇ ਰੂਪ ਵਿੱਚ ਸਤਕਾਰ ਦੇ ਕੇ ਨਵਾਜਿਆ। ਜਿਨ੍ਹਾਂ ਭੰਡਾਰਿਆਂ ਵਿੱਚ ਸੇਵਾਵਾਂ ਹੋਈਆਂ ਸੋ ਭੰਡਾਰੇ ਭਰਪੂਰ ਕਰਨੇ ਜੀ। ਜਿੱਥੇ ਆਪ ਸਰਬੱਤ ਸੰਗਤ ਦਾ ਧੰਨਵਾਦ, ਉੱਥੇ ਹਰ ਜਸ ਚੈਨਲ ਵਾਲੇ ਜੋ YouTube ਦੇ ਉੱਪਰ ਅੱਜ ਦਾ ਸਾਰਾ ਪ੍ਰੋਗਰਾਮ ਲਾਈਵ ਕਰਕੇ ਜੋ ਗੁਰੂ ਘਰ ਵਿੱਚ ਸੰਗਤਾਂ ਨਹੀਂ ਪਹੁੰਚ ਸਕੀਆਂ ਉਹਨਾਂ ਦੀ ਵੀ ਹਾਜ਼ਰੀ ਲਗਵਾ ਰਹੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡੇ ਇਸ ਵੀਰ ਨੂੰ ਇਸੇ ਤਰ੍ਹਾਂ ਹੀ ਪੰਥ ਦੀ ਸੋਸ਼ਲ ਮੀਡੀਆ ਦੇ ਰਾਹੀਂ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ ਜੀ। ਤੇ ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ। ਜਿਵੇਂ ਕਿਤੇ ਸਮਾਂ ਮਿਲਿਆ ਫਿਰ ਆਪ ਸਰਬੱਤ ਸੰਗਤ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਦੇ ਵਾਸਤੇ ਹਾਜ਼ਰੀ ਭਰਨ ਦਾ ਉਹ ਜੋ ਉਪਰਾਲਾ ਕੀਤਾ ਜਾਵੇਗਾ। ਗੁਰੂ ਸਾਹਿਬ ਜੀ ਕਿਰਪਾ ਕਰਨ ਜੀ। ਦੇਹੋ ਸੱਜਣ ਸੀਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ। ਆਓ ਗੁਰਫਤਿਹ ਦੀ ਸਾਂਝ ਕਰਨ ਤੋਂ ਪਹਿਲਾਂ ਸੰਸਾਰ ਦਾ ਭਲਾ ਅਰਦਾਸ ਦੇ ਆਖਰੀ ਬੰਦ ਰਾਹੀਂ ਮੰਗਦੇ ਹੋਏ ਉਚਾਰਨ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।